हेलो एवरीवन, सत श्री अकाल सारिਆਂ ਨੂੰ। ਆਪਾਂ ਸ਼ੁਰੂ ਕੀਤਾ ਹੋਇਆ ਹੈਗਾ ਕਲਾਸ 11th ਦਾ 7th ਚੈਪਟਰ ਸੋਰਸਸ ਆਫ ਬਿਜ਼ਨਸ ਫਾਈਨੈਂਸ। ਇੱਕ ਲੈਕਚਰ ਆਪਣਾ ਆਲਰੇਡੀ ਅਪਲੋਡ ਹੋ ਚੁੱਕਿਆ ਹੈਗਾ ਤੇ ਉਹਦੇ ਵਿੱਚ ਆਪਾਂ ਜੋ ਬੇਸਿਕ ਸੀਗਾ ਉਹ ਡਿਸਕਸ ਕੀਤਾ ਸੀ। ਫਾਈਨੈਂਸ ਬਾਰੇ ਕੀ ਹੁੰਦਾ ਹੈਗਾ, ਨੇਚਰ ਕੀ ਹੈ, ਇੰਪੋਰਟੈਂਸ ਕੀ ਹੈ ਫਾਈਨੈਂਸ ਬਾਰੇ, ਇਹ ਸਾਰਾ ਕੁਝ ਠੀਕ ਹੈ। ਤੇ ਆਪਾਂ ਇਹ ਵੀ ਸਮਝਿਆ ਸੀਗਾ ਕਲਾਸੀਫਿਕੇਸ਼ਨ ਆਫ ਡਿਫਰੈਂਟ ਸੋਰਸਸ ਕਿ ਜੋ ਸੋਰਸਸ ਜਿਨ੍ਹਾਂ ਤੋਂ ਆਪਾਂ ਬਿਜ਼ਨਸ ਦੇ ਵਿੱਚ ਫਾਈਨੈਂਸ ਲੈ ਕੇ ਆ ਸਕਦੇ ਹਾਂ, ਸੋਰਸਸ ਕਿੰਨੇ ਤਰ੍ਹਾਂ ਦੇ ਹੁੰਦੇ ਹੈਗੇ। ਤਾਂ ਔਨ ਦੀ ਬੇਸਿਸ ਆਫ ਪੀਰੀਅਡ ਤਿੰਨ ਤਰ੍ਹਾਂ ਦੇ ਹੁੰਦੇ ਆ, ਸ਼ਾਰਟ ਟਰਮ, ਮੀਡੀਅਮ ਟਰਮ ਤੇ ਲੌਂਗ ਟਰਮ। ਔਨ ਦੀ ਬੇਸਿਸ ਆਫ ਓਨਰਸ਼ਿਪ ਦੋ ਤਰ੍ਹਾਂ ਦੇ ਹੁੰਦੇ ਆ, ਓਨਰਸ ਫੰਡ ਤੇ ਬੋਰਡ ਫੰਡ। ਓਨਰਸ ਫੰਡ ਤੁਹਾਨੂੰ ਸਮਝ ਆ ਗਿਆ ਸੀ ਕਿ ਜਿਹੜਾ ਓਨਰ ਦਾ ਆਪਦਾ ਪੈਸਾ ਬਿਜ਼ਨਸ ਦੇ ਵਿੱਚ ਲੱਗਿਆ ਹੁੰਦਾ ਉਹ ਓਨਰਸ ਫੰਡ ਹੈ। ਬੋਰਡ ਫੰਡ ਜਿਹੜਾ ਆਪਾਂ ਕਿਸੇ ਬਾਹਰਲੇ ਬੰਦੇ ਤੋਂ ਮੰਗ ਕੇ ਉਧਾਰਾ ਬਿਜ਼ਨਸ ਦੇ ਵਿੱਚ ਇਨਵੈਸਟ ਕੀਤਾ ਉਹ ਹੁੰਦਾ ਹੈਗਾ ਬੋਰਡ ਫੰਡ। ਹੁਣ ਆਪਾਂ ਡਿਸਕਸ ਕਰਾਂਗੇ ਕਿ ਓਨਰਸ ਫੰਡ ਦੇ ਵਿੱਚ ਵੇਰੀਅਸ ਕਿਹੜੇ ਸੋਰਸਿਸ ਆਪਣੇ ਕੋਲ ਅਵੇਲੇਬਲ ਨੇਗੇ ਜਿਨ੍ਹਾਂ ਤੋਂ ਆਪਾਂ ਫਾਈਨੈਂਸ ਲੈ ਸਕਦੇ ਹਾਂਗੇ। ਤਾਂ ਸਭ ਤੋਂ ਪਹਿਲਾਂ ਆਂਦਾ ਹੈਗਾ ਸ਼ੇਅਰਸ। ਸਭ ਤੋਂ ਪਹਿਲਾਂ ਓਨਰਸ ਫੰਡ ਦੇ ਵਿੱਚ ਕੀ ਆਂਦਾ ਹੈਗਾ, ਸ਼ੇਅਰਸ। ਦੇਖੋ ਜਦੋਂ ਆਪਾਂ ਸੈਕੰਡ ਚੈਪਟਰ ਫਾਰਮਸ ਆਫ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਕੰਪਨੀ ਬਾਰੇ ਪੜਿਆ ਸੀਗਾ ਤਾਂ ਆਪਾਂ ਇਹ ਡਿਸਕਸ ਕੀਤਾ ਸੀ ਕਿ ਕੰਪਨੀ ਸ਼ੇਅਰਸ ਇਸ਼ੂ ਕਰਦੀ ਹੈਗੀ। ਸ਼ੇਅਰ ਕੀ ਹੁੰਦਾ ਹੈਗਾ, ਬੇਸਿਕਲੀ ਕੰਪਨੀ ਦੀ ਜੋ ਕੈਪੀਟਲ ਹੁੰਦੀ ਹੈਗੀ ਉਹਨੂੰ ਆਪਾਂ ਕੀ ਕਰ ਲੈਂਦੇ ਹਾਂ, ਸਮਾਲਰ, ਉਹਨੂੰ ਆਪਾਂ ਇਕੁਅਲ ਅਮਾਉਂਟਸ ਦੇ ਵਿੱਚ ਡਿਵਾਈਡ ਕਰ ਲੈਂਦੇ ਹੈਗੇ। ਇਕੁਅਲ ਅਮਾਉਂਟ ਦੇ ਵਿੱਚ ਡਿਵਾਈਡ ਕਰਕੇ ਜੋ ਸਭ ਤੋਂ ਛੋਟੀ ਯੂਨਿਟ ਆਉਂਦੀ ਹੈਗੀ ਉਹ ਛੋਟੀ ਯੂਨਿਟ ਨੂੰ ਕੀ ਕਿਹਾ ਜਾਂਦਾ ਹੈਗਾ, ਸ਼ੇਅਰ ਆਫ ਦੀ ਕੰਪਨੀ। ਤੇ ਦੇਖੋ ਕੰਪਨੀ ਦਾ ਕੀ ਹੁੰਦਾ ਹੈਗਾ, ਜਦੋਂ ਕੰਪਨੀ ਰਜਿਸਟਰਡ ਹੁੰਦੀ ਹੈਗੀ ਤਾਂ ਇੱਕ ਡਾਕੂਮੈਂਟ ਪ੍ਰਿਪੇਅਰ ਹੁੰਦਾ ਹੈਗਾ MOA, ਮੈਮੋਰੈਂਡਮ ਆਫ ਐਸੋਸੀਏਸ਼ਨ। ਮੈਮੋਰੈਂਡਮ ਆਫ ਐਸੋਸੀਏਸ਼ਨ ਦੇ ਵਿੱਚ ਕੰਪਨੀ ਨੂੰ ਲਿਖਣਾ ਪੈਂਦਾ ਹੈਗਾ ਕਿ ਉਹਦੀ ਕੈਪੀਟਲ ਕਿੰਨੀ ਹੋਊਗੀ। ਜਿੰਨੀ ਵੀ ਕੈਪੀਟਲ ਮੈਮੋਰੈਂਡਮ ਆਫ ਐਸੋਸੀਏਸ਼ਨ ਦੇ ਵਿੱਚ ਲਿਖੀ ਹੋਊਗੀ, ਕੰਪਨੀ ਸਿਰਫ ਉਨੀ ਅਮਾਊਂਟ ਤੱਕ ਹੀ ਕੈਪੀਟਲ ਰੇਜ਼ ਕਰ ਸਕਦੀ ਹੈਗੀ। ਉਦੋਂ ਵੱਧ ਜੇ ਮੰਨ ਲਓ ਕਿ ਮੈਂ ਆਪਦੀ ਕੰਪਨੀ ਦੇ ਮੈਮੋਰੈਂਡਮ ਆਫ ਐਸੋਸੀਏਸ਼ਨ ਦੇ ਵਿੱਚ 50 ਲੱਖ ਰੁਪਏ ਲਿਖਿਆ ਹੋਏਗਾ ਤਾਂ ਮੈਂ ਸ਼ੇਅਰਸ ਇਸ਼ੂ ਕਰਕੇ ਸਿਰਫ 50 ਲੱਖ ਰੁਪਇਆ ਹੀ ਰੇਜ਼ ਕਰ ਸਕਦੀ ਹਾਂ ਕਿ ਉਦੋਂ ਵੱਧ ਅਮਾਊਂਟ ਮੈਂ ਰੇਜ਼ ਨਹੀਂ ਕਰ ਸਕਦੀ ਸ਼ੇਅਰਸ ਇਸ਼ੂ ਕਰਕੇ। ਇੰਨੀ ਗੱਲ ਸਮਝ ਆ ਗਈ ਤੁਹਾਨੂੰ। ਤਾਂ ਆ ਜਿਹੜੀ ਅਮਾਊਂਟ ਆਪਾਂ ਮੈਮੋਰੈਂਡਮ ਆਫ ਐਸੋਸੀਏਸ਼ਨ ਦੇ ਵਿੱਚ ਲਿਖ ਦੇਂਗੇ ਇਹਨੂੰ ਅਥੋਰਾਈਜ਼ਡ ਕੈਪੀਟਲ ਜਾਂ ਰਜਿਸਟਰਡ ਕੈਪੀਟਲ ਵੀ ਆਪਾਂ ਕਹਿ ਦਿੰਦੇ ਹੈਗੇ। ਦ ਰਜਿਸਟਰਡ ਕੈਪੀਟਲ ਆਫ ਦੀ ਕੰਪਨੀ ਇਜ਼ ਡਿਵਾਈਡਡ ਇਨਟੂ ਸਮਾਲ ਯੂਨਿਟਸ ਆਫ ਅ ਗਿਵਨ ਅਮਾਊਂਟ। ਸਮਾਲ ਯੂਨਿਟਸ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰ ਦਿੰਦੇ ਹੈਗੇ ਤੇ ਉਹ ਜਿਹੜੀ ਸਮਾਲ ਯੂਨਿਟਸ ਦੇ ਵਿੱਚ ਤੁਸੀਂ ਡਿਵਾਈਡ ਕਰੋਗੇ ਉਹਨਾਂ ਦੀ ਅਮਾਊਂਟ ਕੀ ਹੋਊਗੀ, ਇਕੁਅਲ ਹੋਊਗੀ। ਫੋਰ ਐਗਜ਼ਾਮਪਲ ਕਿ 50 ਲੱਖ ਰੁਪਏ ਕੈਪੀਟਲ ਹੈ ਕਿ ਮੈਂ ਇਹਨੂੰ ਕੀਤਾ 10 ਰੁਪਏ ਨਾਲ ਡਿਵਾਈਡ ਕਰਤਾ, 10 ਰੁਪਏ ਨਾਲ ਡਿਵਾਈਡ ਕੀਤਾ ਹੈਗਾ ਤਾਂ ਆਂਸਰ ਕਿੰਨਾ ਆਊਗਾ, 5 ਲੱਖ। ਹੁਣ ਇਹਦਾ ਕੀ ਮਤਲਬ ਹੈਗਾ ਕਿ ਮੇਰੇ ਕੋਲੇ ਕੰਪਨੀ ਕੋਲੇ ਕਿੰਨੇ ਸ਼ੇਅਰਸ ਹੈਗੇ, 5 ਲੱਖ ਸ਼ੇਅਰਸ ਨੇਗੇ ਤੇ ਉਹਨਾਂ ਚੋਂ ਇੱਕ ਸ਼ੇਅਰ ਦੀ ਵੈਲਿਊ ਕਿੰਨੀ ਹੈਗੀ, 10 ਰੁਪਏ ਹੈਗੇ। ਜੇ ਆਪਾਂ ਸਿਮਿਲਰਲੀ ਇਦਾਂ ਗੱਲ ਕਰੀਏ ਕਿ ਮੇਰੇ ਕੋਲੇ 1000 ਰੁਪਏ ਦੇ ਚਾਕਲੇਟ ਨੇਗੇ ਤੇ ਇੱਕ ਚਾਕਲੇਟ ਦੀ ਵੈਲਿਊ ਕਿੰਨੀ ਹੈਗੀ, 10 ਰੁਪਏ ਹੈਗੀ, ਤਾਂ ਮੇਰੇ ਕੋਲੇ ਨੰਬਰ ਆਫ ਚਾਕਲੇਟਸ ਕਿੰਨੇ ਆਣਗੇ, 100 ਚਾਕਲੇਟਸ। ਉਹ ਵੀ ਇੱਥੇ ਹੈਗੀ। ਟੋਟਲ ਕੈਪੀਟਲ ਅਮਾਊਂਟ ਕਿੰਨੀ ਹੈਗੀ, 50 ਲੱਖ ਹੈਗੀ। ਇੱਕ ਸ਼ੇਅਰ ਦੀ ਵੈਲਿਊ ਕਿੰਨੀ ਹੈਗੀ, 10 ਰੁਪਏ ਹੈਗੀ ਤੇ ਨੰਬਰ ਆਫ ਸ਼ੇਅਰਸ ਕਿੰਨੇ ਹੋ ਜਾਣਗੇ, 5 ਲੱਖ। ਆ ਜਿਹੜੀ ਗਿਵਨ ਅਮਾਊਂਟ ਦਿੱਤੀ ਹੋਈ ਹੈਗੀ 10 ਰੁਪਏ, ਜਦੋਂ ਤੁਸੀਂ ਇਹਦੇ ਨਾਲ ਰਜਿਸਟਰਡ ਕੈਪੀਟਲ ਨੂੰ ਡਿਵਾਈਡ ਕਰ ਦਿੰਦੇ ਹੋਗੇ ਤਾਂ ਤੁਹਾਡੇ ਕੋਲੇ ਕੀ ਆ ਜਾਂਦੀ ਹੈ, ਸ਼ੇਅਰ ਨੰਬਰ ਆਫ ਸ਼ੇਅਰਸ ਆ ਜਾਂਦੇ ਕਿ ਕਿੰਨੇ ਕੰਪਨੀ ਦੇ ਵਿੱਚ ਸ਼ੇਅਰਸ ਹੈ। ਸਮਝ ਆ ਗਈ ਗੱਲ ਕਿ ਜਦੋਂ ਤੁਸੀਂ ਕੰਪਨੀ ਦੀ ਸਮਾਲ ਯੂਨਿਟ, ਕੰਪਨੀ ਦੀ ਕੈਪੀਟਲ ਨੂੰ ਡਿਵਾਈਡ ਕਰ ਦਿੰਦੇ ਹੋਗੇ ਸਮਾਲਰ ਪਾਰਟਸ ਦੇ ਵਿੱਚ ਤੇ ਉਹਨਾਂ ਪਾਰਟਸ ਦੀ ਵੈਲਿਊ ਜੋ ਹੈ ਸੇਮ ਹੋਣੀ ਚਾਹੀਦੀ ਹੈਗੀ। ਹੁਣ ਇੱਥੇ 5 ਲੱਖ ਸ਼ੇਅਰ ਹੈਗੀ ਤੇ ਹਰ ਇੱਕ ਸ਼ੇਅਰ ਦੀ ਵੈਲਿਊ ਕਿੰਨੀ ਹੈਗੀ, 10 ਰੁਪਏ, ਤਾਂ ਇਹ ਕੀ ਹੋ ਗਿਆ ਮੇਰਾ ਸ਼ੇਅਰ। ਸ਼ੇਅਰਸ ਜਿਹੜੇ ਹੁੰਦੇ ਹੈਗੇ ਉਹ ਦੋ ਤਰ੍ਹਾਂ ਦੇ ਹੁੰਦੇ ਹੈਗੇ, ਇਕੁਇਟੀ ਸ਼ੇਅਰਸ ਐਂਡ ਪ੍ਰੈਫਰੈਂਸ ਸ਼ੇਅਰਸ। ਹੁਣ 1 ਬਾਏ 1 ਕਰਕੇ ਇਹਨਾਂ ਦੋਨਾਂ ਬਾਰੇ ਪੜ੍ਹਦੇ ਹਾਂ। ਇਕੁਇਟੀ ਸ਼ੇਅਰਸ ਕੀ ਹੁੰਦੇ ਹੈਗੇ ਤੇ ਪ੍ਰੈਫਰੈਂਸ ਸ਼ੇਅਰਸ ਕੀ ਹੁੰਦੇ ਹੈਗੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂਗੇ ਇਕੁਇਟੀ ਸ਼ੇਅਰਸ ਬਾਰੇ। ਤਾਂ ਹੁਣ ਇਕੁਇਟੀ ਤੇ ਪ੍ਰੈਫਰੈਂਸ ਦੋਨਾਂ ਨੂੰ ਇਕੱਠੇ ਸਮਝਦੇ ਹਾਂਗੇ। ਤੇ ਦੇਖੋ ਕੀ ਹੁੰਦਾ ਹੈਗਾ, ਆਪਾਂ ਨੂੰ ਇੰਨੀ ਗੱਲ ਸਾਰਿਆਂ ਨੂੰ ਕਮਰਸ ਸਟੂਡੈਂਟਸ ਨੂੰ ਪਤਾ ਹੁੰਦੀ ਹੈਗੀ ਕਿ ਜਦੋਂ ਬਿਜ਼ਨਸ ਦੀ ਬੈਲੈਂਸ ਸ਼ੀਟ ਪ੍ਰਿਪੇਅਰ ਹੁੰਦੀ ਹੈ, ਪ੍ਰੋਫਿਟ ਐਂਡ ਲਾਸ ਬਣਦਾ ਹੈਗਾ ਤੇ ਜਿੰਨਾ ਵੀ ਪ੍ਰੋਫਿਟ ਬਿਜ਼ਨਸ ਦੇ ਵਿੱਚੋਂ ਆਪਾਂ ਅਰਨ ਕਰਦੇ ਹੋ ਸਾਰਾ ਦਾ ਸਾਰਾ ਪ੍ਰੋਫਿਟ ਆਪਾਂ ਕਿਹਨੂੰ ਦੇਣਾ ਹੁੰਦਾ ਹੈਗਾ, ਓਨਰ ਨੂੰ ਦੇਣਾ ਹੁੰਦਾ। ਹੁਣ ਕੰਪਨੀ ਦੇ ਵਿੱਚ ਕੀ ਹੁੰਦਾ, ਕੋਈ ਇੱਕ ਬੰਦਾ ਓਨਰ ਨਹੀਂ ਹੁੰਦਾ, ਬਹੁਤ ਸਾਰੇ ਓਨਰਸ ਹੁੰਦੇ। ਜਿੰਨੇ ਵੀ ਲੋਕਾਂ ਨੇ ਕੰਪਨੀ ਦੇ ਸ਼ੇਅਰਸ ਖਰੀਦੇ ਹੁੰਦੇ ਹੈਗੇ ਉਹ ਸਾਰੇ ਦੇ ਸਾਰੇ ਕੀ ਹੁੰਦੇ ਕਿ ਕੰਪਨੀ ਦੇ ਓਨਰਸ ਹੁੰਦੇ। ਤੇ ਜਿੰਨਾ ਵੀ ਪ੍ਰੋਫਿਟ ਕੰਪਨੀ ਅਰਨ ਕਰੂਗੀ ਉਹ ਸਾਰਾ ਪ੍ਰੋਫਿਟ ਕੀ ਕਰਨਾ ਹੋਊਗਾ, ਇਹਨਾਂ ਸਾਰੇ ਬੰਦਿਆਂ 'ਚ ਡਿਸਟ੍ਰੀਬਿਊਟ। ਹੁਣ ਦੇਖੋ ਇਕੁਇਟੀ ਸ਼ੇਅਰਸ ਤੇ ਪ੍ਰੈਫਰੈਂਸ ਸ਼ੇਅਰ ਦੇ ਵਿੱਚ ਫਰਕ ਕਿੱਥੇ ਆਉਂਦਾ ਹੈਗਾ, ਜਦੋਂ ਪ੍ਰੋਫਿਟ ਆਉਂਦਾ ਹੈਗਾ ਉਸ ਪ੍ਰੋਫਿਟ ਦੇ ਵਿੱਚੋਂ ਪਹਿਲਾਂ ਇੱਕ ਫਿਕਸਡ ਰੇਟ ਆਫ ਅਮਾਉਂਟ ਜਿਹੜੀ ਹੁੰਦੀ ਹੈਗੀ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਪੇ ਕਰ ਦਿੱਤੀ ਜਾਂਦੀ ਹੈਗੀ ਇਕੁਇਟੀ ਸ਼ੇਅਰਸ ਨਾਲ। ਤਾਂ ਇਹੀ ਕੀ ਹੁੰਦਾ ਹੈਗਾ ਇਹਨਾਂ ਦੇ ਵਿੱਚ ਡਿਫਰੈਂਸ ਕਿ ਜਿਹੜੇ ਸ਼ੇਅਰ ਹੋਲਡਰਸ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਹੈਗੀ ਉਹ ਹੁੰਦੇ ਹੈਗੇ ਪ੍ਰੈਫਰੈਂਸ ਸ਼ੇਅਰ ਹੋਲਡਰਸ ਤੇ ਜਿਹੜੇ ਸ਼ੇਅਰ ਹੋਲਡਰਸ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾ ਰਹੀ ਉਹ ਹੁੰਦੇ ਹੈਗੇ ਇਕੁਇਟੀ ਸ਼ੇਅਰ ਹੋਲਡਰਸ। ਹੁਣ ਪ੍ਰੈਫਰੈਂਸ ਕਾਦੇ ਵਿੱਚ, ਇੱਕ ਤਾਂ ਆਪਾਂ ਆਹੀ ਗੱਲ ਕੀਤੀ ਜਿਹੜੀ ਪ੍ਰੋਫਿਟ ਦੇ ਵਿੱਚੋਂ ਡਿਵੀਡੈਂਡ ਦੇਣ ਵਾਲੀ। ਦੇਖੋ ਜਿਹੜਾ ਤੁਸੀਂ ਸ਼ੇਅਰ ਹੋਲਡਰ ਨੂੰ ਪ੍ਰੋਫਿਟ ਚੋਂ ਹਿੱਸਾ ਦੋਗੇ ਨਾ ਉਹਨੂੰ ਡਿਵੀਡੈਂਡ ਕਿਹਾ ਜਾਂਦਾ ਹੈ। ਤਾਂ ਜਦੋਂ ਤੁਸੀਂ ਡਿਵੀਡੈਂਡ ਪਹਿਲਾਂ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਦੇ ਰਹੇ ਹੋ ਉਹਨਾਂ ਨੂੰ ਪ੍ਰੈਫਰੈਂਸ਼ੀਅਲ ਰਾਈਟਸ ਮਿਲ ਗਏ, ਉਹ ਹੋ ਗਏ ਤੁਹਾਡੇ ਪ੍ਰੈਫਰੈਂਸ਼ੀਅਲ ਸ਼ੇਅਰ ਹੋਲਡਰਸ।
ਜਿਹੜੇ ਸ਼ੇਅਰ ਹੋਲਡਰਸ ਨੂੰ ਤੁਸੀਂ ਐਂਡ ਤੇ ਬਚਿਆ ਖੁਚਿਆ ਪ੍ਰੋਫਿਟ ਦੇ ਰਹੇ ਹੋ ਉਹ ਹੋ ਗਏ ਤੁਹਾਡੇ ਇਕੁਇਟੀ ਸ਼ੇਅਰ ਹੋਲਡਰਸ। ਤੇ ਹੋਰ ਪ੍ਰੈਫਰੈਂਸ਼ੀਅਲ ਰਾਈਟਸ ਇਹਨਾਂ ਨੂੰ ਕਾਦੇ ਵਿੱਚ ਮਿਲਦੇ ਹੈਗੇ? ਰੀਪੇਮੈਂਟ ਦੇ ਵਿੱਚ। ਹੁਣ ਦੇਖੋ ਓਨਰ ਦਾ ਪੈਸਾ ਹੈਗਾ, ਓਨਰ ਦਾ ਪੈਸਾ ਆਪਾਂ ਬਿਜ਼ਨਸ ਦੇ ਵਿੱਚ ਨਹੀਂ ਮੋੜਨਾ ਹੁੰਦਾ, ਓਨਰ ਦਾ ਪੈਸਾ ਆਪਾਂ ਜਦੋਂ ਬਿਜ਼ਨਸ ਬੰਦ ਕਰ ਲਾਂਗੇ ਉਦੋਂ ਮੋੜਨਾ ਹੁੰਦਾ। ਹੁਣ ਇੱਥੇ ਵੀ ਆਈ ਹੁੰਦਾ ਹੈਗਾ ਕਿ ਜਦੋਂ ਕੰਪਨੀ ਬੰਦ ਹੋ ਰਹੀ ਹੈਗੀ ਉਦੋਂ ਆਪਾਂ ਸਾਰੇ ਲੋਕਾਂ ਦਾ ਪੈਸਾ ਮੋੜਾਂਗੇ, ਜਿਨ੍ਹਾਂ ਤੋਂ ਤੁਸੀਂ ਉਧਾਰ ਫੜਿਆ ਸੀ ਉਹਨਾਂ ਦਾ ਵੀ ਮੋੜਾਂਗੇ, ਤੇ ਜਿਹੜੇ ਬਿਜ਼ਨਸ ਦੇ ਵਿੱਚ ਓਨਰ ਨੇਗੇ ਉਹਨਾਂ ਸਾਰਿਆਂ ਦਾ ਵੀ ਪੈਸਾ ਮੋੜ ਦਾਂਗੇ। ਜਦੋਂ ਤੁਸੀਂ ਜਿਹੜੇ ਸ਼ੇਅਰਸ ਨੂੰ ਪਹਿਲਾਂ ਪੈਸਾ ਮੋੜ ਰਹੇ ਹੋ ਉਹ ਹੁੰਦੇ ਤੁਹਾਡੇ ਪ੍ਰੈਫਰੈਂਸ ਸ਼ੇਅਰ ਹੋਲਡਰਸ, ਤੇ ਇਕੁਇਟੀ ਸ਼ੇਅਰ ਹੋਲਡਰਸ ਨੂੰ ਕਦੋਂ ਮਿਲਦਾ ਹੈਗਾ? ਸਾਰਿਆਂ ਨਾਲੋਂ ਐਂਡ ਤੇ। If it refers to those shares which do not carry any preferential right in the payment of annual dividend and repayment of capital in the event of liquidation, यानी कि दो तरह के शेयर्स होंगे हैगे। एक शेयर होल्डर्स वो होंगे हैगे जिन्हां नूं प्रेफरेंशियल राइट्स मिलते हैगे, एक वो होंगे हैगे जिन्हां नूं प्रेफरेंशियल राइट्स नहीं मिलते। प्रेफरेंशियल राइट्स मतलब कि प्रॉफिट चों पहला डिविडेंड देना, जदों पैसे वापस करने उदों पहला पेमेंट कर देना। जिन्हां नूं प्रेफरेंशियल राइट्स मिलते वो होंगे हैगे प्रेफरेंस शेयर होल्डर्स, जिन्हां नूं प्रेफरेंशियल राइट्स नहीं मिलते वो होंगे इक्विटी शेयर होल्डर्स। द इक्विटी शेयर होल्डर्स पता लग गए की होंगे हैगे? द इन्वेस्टर्स टू whom equity shares are issued are known as equity share holders। ते जेडे इन्वेस्टर्स ਨੂੰ ਆਪਾਂ ਇਕੁਇਟੀ ਸ਼ੇਅਰਸ ਇਸ਼ੂ ਕਰਦੇ ਆ ਉਹਨਾਂ ਨੂੰ ਆਪਾਂ ਇਕੁਇਟੀ ਸ਼ੇਅਰ ਹੋਲਡਰਸ ਕਹਿੰਦੇ ਆਂਗੇ, ਤੇ ਜਿੰਨਾ ਸ਼ੇਅਰਸ ਦੇ ਕੋਈ ਪ੍ਰੈਫਰੈਂਸ਼ੀਅਲ ਰਾਈਟ ਨਹੀਂ ਮਿਲਦਾ ਉਹਨੂੰ ਆਪਾਂ ਕਹਿੰਦੇ ਆਂਗੇ ਇਕੁਇਟੀ ਸ਼ੇਅਰ। ਪ੍ਰੈਫਰੈਂਸ ਸ਼ੇਅਰ ਵੀ ਤੁਹਾਨੂੰ ਸਮਝ ਆ ਗਿਆ। ਹੁਣ ਆ ਜੋ ਫੀਚਰਸ ਆਫ ਇਕੁਇਟੀ ਸ਼ੇਅਰਸ, ਇਕੁਇਟੀ ਸ਼ੇਅਰ ਦਾ ਇੱਕ ਫੀਚਰ ਤਾਂ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਕੋਲੇ ਪ੍ਰੈਫਰੈਂਸ਼ੀਅਲ ਰਾਈਟ ਨਹੀਂ ਹੁੰਦਾ। ਹੋਰ ਕੀ ਕੀ ਫੀਚਰਸ ਹੁੰਦੇ ਕਿ ਇਕੁਇਟੀ ਸ਼ੇਅਰ ਦੇ ਵਿੱਚ ਉਹ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆ ਜਾਂਦਾ ਹੈਗਾ ਪ੍ਰਾਇਮਰੀ ਰਿਸਕ ਬੀਅਰਰ। ਹੁਣ ਆਪਾਂ ਗੱਲ ਕੀਤੀ ਹੈ ਕਿ ਦੋ ਤਰ੍ਹਾਂ ਦਾ ਪੈਸਾ ਬਿਜ਼ਨਸ ਦੇ ਵਿੱਚ ਲੱਗਿਆ ਹੁੰਦਾ ਹੈਗਾ, ਆਪਦਾ ਪੈਸਾ ਤੇ ਲੋਕਾਂ ਦਾ ਪੈਸਾ ਜਿਹੜਾ ਆਪਾਂ ਫੜ ਕੇ ਲਾਉਂਦੇ ਹੈਗੇ। ਹੁਣ ਜੇ ਤੁਸੀਂ ਕਿਸੇ ਤੋਂ ਫੜ ਕੇ ਪੈਸਾ ਲਾਇਆ ਹੈਗਾ ਤਾਂ ਸਾਰਿਆਂ ਨਾਲੋਂ ਪਹਿਲਾਂ ਉਹਨਾਂ ਦਾ ਪੈਸਾ ਮੁੜਦਾ ਹੈਗਾ ਜਦੋਂ ਤੁਹਾਡਾ ਬਿਜ਼ਨਸ ਬੰਦ ਹੋ ਰਿਹਾ ਹੈਗਾ। ਉਦੋਂ ਬਾਅਦ ਜਿੰਨਾ ਪੈਸਾ ਬਚ ਗਿਆ ਉਹਦੇ ਵਿੱਚੋਂ ਪਹਿਲਾਂ ਮੁੜੂਗਾ ਪ੍ਰੈਫਰੈਂਸ ਸ਼ੇਅਰ ਨੂੰ, ਐਂਡ ਤੇ ਜੇ ਕੁਝ ਬਚ ਗਿਆ ਫਿਰ ਮਿਲੂਗਾ ਇਕੁਇਟੀ ਸ਼ੇਅਰ ਹੋਲਡਰਸ ਨੂੰ। ਤਾਂ ਇਹਨਾਂ ਜਿਹੜੇ ਬੰਦੇ ਇਕੁਇਟੀ ਸ਼ੇਅਰਸ ਖਰੀਦਦੇ ਹੈਗੇ ਉਹਨਾਂ ਉਹ ਕੀ ਹੁੰਦੇ ਹੈਗੇ? ਪ੍ਰਾਇਮਰੀ ਰਿਸਕ ਬੀਅਰਰਸ ਹੁੰਦੇ ਹੈਗੇ। ਸਭ ਤੋਂ ਪਹਿਲਾਂ ਰਿਸਕ ਕੌਣ ਚੱਕਦੇ ਹੈਗੇ? ਉਹ ਚੱਕਦੇ ਹੈਗੇ। ਮਤਲਬ ਕਿ ਜੇ ਪੈਸਾ ਆਂਦਾ ਹੈਗਾ ਤਾਂ ਉਹਦੇ ਵਿੱਚੋਂ ਪਹਿਲਾਂ ਸਾਰਿਆਂ ਨੂੰ ਪੇਮੈਂਟਾਂ ਕੀਤੀਆਂ ਜਾਣਗੀਆਂ, ਇਹਨਾਂ ਨੂੰ ਐਂਡ ਤੇ ਕੀਤੀ ਜਾਊਗੀ। ਹੁਣ ਉਹ ਕੋਈ ਸ਼ੋਰਿਟੀ ਨਹੀਂ ਹੈਗੀ ਕਿ ਇਹਨਾਂ ਵਾਸਤੇ ਪੇਮੈਂਟ ਕਰਨ ਤੋਂ ਬਾਅਦ ਕੁਝ ਬਚੂਗਾ ਕਿ ਨਹੀਂ ਬਚੂਗਾ। ਤਾਂ ਹੀ ਕਰਕੇ ਕੀ ਕਿਹਾ ਇਹਨਾਂ ਨੇ? ਪ੍ਰਾਇਮਰੀ ਰਿਸਕ ਬੀਅਰਰ ਹੁੰਦਾ। ਦੀ ਇਕੁਇਟੀ ਸ਼ੇਅਰ ਹੋਲਡਰਸ ਆਰ ਦੀ ਪ੍ਰਾਇਮਰੀ ਰਿਸਕ ਬੀਅਰਰਸ ਆਫ ਦੀ ਕੰਪਨੀ ਇਨ ਕੇਸ ਦੀ ਕੰਪਨੀ ਸਫਰ ਲॉस। ਜੇ ਕੰਪਨੀ ਨੂੰ ਲॉस ਹੋ ਜਾਂਦਾ ਹੈਗਾ ਤਾਂ ਇਕੁਇਟੀ ਸ਼ੇਅਰ ਹੋਲਡਰਸ ਨੂੰ ਕੋਈ ਵੀ ਪ੍ਰੋਫਿਟ ਨਹੀਂ ਦਿੱਤਾ ਜਾਂਦਾ। ਜੇ ਪ੍ਰੋਫਿਟ ਘੱਟ ਵੀ ਆਂਦਾ ਹੈਗਾ ਤਾਂ ਵੀ ਇਹਨਾਂ ਵਾਸਤੇ ਹੋ ਸਕਦਾ ਹੈ ਕਿ ਕੁਝ ਵੀ ਨਾ ਬਚੇ। have to bear the loss, the due payment is given to the creditors before the equity shareholders। ਤੇ ਜਿੰਨਾ ਵੀ ਪੈਸਾ ਡਿਊ ਹੁੰਦਾ ਹੈਗਾ ਉਹਦੇ ਤੋਂ ਪਹਿਲਾਂ ਕ੍ਰੈਡੀਟਰਸ ਉਧਾਰੀ ਮੋੜੀ ਜਾਂਦੀ ਹੈ, ਫਿਰ ਇਕੁਇਟੀ ਸ਼ੇਅਰ ਹੋਲਡਰਸ ਨੂੰ ਦਿੱਤਾ ਜਾਂਦਾ। ਤਾਂ ਕਰਕੇ ਇਹਨਾਂ ਸਭ ਤੋਂ ਵੱਧ ਰਿਸਕ ਲੈਂਦੇ ਆ। ਕਲੇਮ ਓਵਰ ਰੈਜ਼ੀਡੂਅਲ ਇਨਕਮ, ਰੈਜ਼ੀਡੂਅਲ ਇਨਕਮ ਦਾ ਮਤਲਬ ਹੁੰਦਾ ਹੈਗਾ ਜੋ ਐਂਡ ਤੇ ਰਿਮੇਨਿੰਗ ਰਹਿ ਗਿਆ ਪੈਸਾ ਉਹ। ਤਾਂ ਇਹਨਾਂ ਦਾ ਕਲੇਮ ਹਮੇਸ਼ਾ ਰੈਜ਼ੀਡੂਅਲ ਇਨਕਮ ਦੇ ਵਿੱਚੋਂ ਹੁੰਦਾ ਹੈਗਾ। ਜਿੰਨਾ ਵੀ ਪ੍ਰੋਫਿਟ ਕੰਪਨੀ ਅਰਨ ਕਰਦੀ ਹੈਗੀ ਉਸ ਪ੍ਰੋਫਿਟ ਦੇ ਵਿੱਚੋਂ ਜੇ ਤੁਸੀਂ ਲੋਨ ਵਗੈਰਾ ਲਿੱਤੇ ਹੋਏ, ਉਧਾਰੀ ਲਿੱਤੀ ਹੋਏਗੀ, ਪਹਿਲਾਂ ਉਸ ਲੋਨ ਦੀ ਵਿਆਜ ਪੇ ਕਰਾਂਗੇ ਆਪਾਂ, ਫਿਰ ਜਿੰਨਾ ਪ੍ਰੋਫਿਟ ਬਚ ਜਾਂਦਾ ਹੈਗਾ ਉਸ ਪ੍ਰੋਫਿਟ ਦੇ ਵਿੱਚੋਂ ਫਿਕਸਡ ਰੇਟ ਆਫ ਡਿਵੀਡੈਂਡ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਦਵਾਂਗੇ। ਦੈਨ ਜੇ ਕੁਝ ਬਚਦਾ ਹੈਗਾ ਫਿਰ ਆਪਾਂ ਇਹਨਾਂ ਨੂੰ ਦਵਾਂਗੇ। ਤਾਂ ਇਹ ਸਿਰਫ ਕਲੇਮ ਕਰ ਸਕਦੇ ਆ ਪੈਸਾ ਜੋ ਬਚਿਆ ਖੁਚਿਆ ਪ੍ਰੋਫਿਟ ਹੈ ਸਾਰਿਆਂ ਨੂੰ ਦੇਣ ਤੋਂ ਬਾਅਦ ਉਹਦੇ ਵਿੱਚੋਂ, ਪਹਿਲਾਂ ਇਹ ਕੋਈ ਵੀ ਪੈਸਾ ਕਲੇਮ ਨਹੀਂ ਕਰ ਸਕਦੇ। have claim over the leftover income of the company only, they get share in the income left after satisfying claims of the creditors outside their preference share holder। ਸਾਰਿਆਂ ਦੇ claim satisfy ਕਰਨ ਤੋਂ ਬਾਅਦ ਜਿਹੜਾ profit ਐਂਡ ਤੇ ਬਚਾ ਉਹਦੇ ਚੋਂ ਇਹਨਾਂ ਨੂੰ ਹਿੱਸਾ ਮਿਲੂਗਾ। basis for loan, ਹੁਣ ਦੇਖੋ equity share holders ਜਿਹੜੇ ਹੁੰਦੇ ਹੈਗੇ ਉਹ real owners of the business ਹੁੰਦੇ ਆ। ਰੀਅਲ ਓਨਰਸ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਹੈਗਾ? ਕਿਉਂਕਿ ਸਾਰਿਆਂ ਨਾਲੋਂ ਵੱਧ ਰਿਸਕ ਇਹੀ ਚੱਕਦੇ ਹੈਗੇ। ਜੇ ਕੰਪਨੀ ਲਾਸ ਜਾਂਦੀ ਹੈਗੀ ਤਾਂ ਲਾਸ ਇਹੀ ਬੀਅਰ ਕਰਦੇ ਹੈਗੇ। ਜੇ ਕੰਪਨੀ ਨੂੰ ਘੱਟ ਪ੍ਰੋਫਿਟ ਹੋਏਗਾ ਤਾਂ ਇਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਵਿਚਾਰਿਆਂ ਨੂੰ। ਤਾਂ ਇਹ ਸਾਰਿਆਂ ਨਾਲੋਂ ਵੱਧ ਰਿਸਕ ਬੀਅਰ ਕਰਦੇ ਹੈਗੇ। ਤਾਂ ਇਹਨਾਂ ਕੋਲੇ ਕੰਪਨੀ ਦੀ ਮੈਨੇਜਮੈਂਟ ਦੇ ਵਿੱਚ ਵੋਟਿੰਗ ਰਾਈਟਸ ਹੁੰਦੇ ਹੈਗੇ ਕਿ ਜੋ ਵੀ ਕੰਪਨੀ ਡਿਸੀਜਨ ਲੈ ਰਹੀ ਹੈਗੀ ਉਹਦੇ ਰਿਗਾਰਡਿੰਗ ਇਹ ਆਪਦੀ ਵੋਟ ਦੇ ਸਕਦੇ ਆ, ਪਲੱਸ ਕੰਪਨੀ ਦਾ ਕੰਟਰੋਲ ਇਹ ਦੇਖਦੇ ਹੈਗੇ। ਤੇ ਇਦਾਂ ਇਹਨਾਂ ਕੋਲੇ ਕੁਝ ਰਾਈਟਸ ਵੀ ਹੁੰਦੇ ਹੈਗੇ। ਇਹ ਰੀਅਲ ਓਨਰ ਮੰਨੇ ਜਾਂਦੇ ਹੈਗੇ। ਠੀਕ ਹੈ। ਹੁਣ ਇਹ ਕੀ ਕਹਿ ਰਹੇ ਹੈਗੇ ਕਿ ਬੇਸਿਸ ਫॉर ਲੋਨ ਕਿਵੇਂ ਹੁੰਦੇ ਹੈਗੇ ਕਿ ਜੇ ਮੰਨ ਲਓ ਤੁਹਾਡੀ ਬੈਲੈਂਸ ਸ਼ੀਟ, ਤੁਹਾਡੀ ਬਿਜ਼ਨਸ ਦੀ ਬੈਲੈਂਸ ਸ਼ੀਟ ਦੇ ਵਿੱਚ ਵੱਧ ਅਮਾਉਂਟ ਨਾਲ ਇਕੁਇਟੀ ਸ਼ੇਅਰਸ ਪਏ ਹੈਗੇ ਤਾਂ ਉਹਦੇ ਨਾਲ ਤੁਹਾਡੀ ਬੈਲੈਂਸ ਸ਼ੀਟ ਕੀ ਹੁੰਦੀ ਹੈਗੀ? ਸਟਰੋਂਗ ਹੁੰਦੀ ਹੈ, ਯਾਨੀ ਕਿ ਤੁਹਾਡੇ ਬਿਜ਼ਨਸ ਦੀ ਵੈਲਿਊ ਵੱਧਦੀ ਹੈਗੀ। ਹੁਣ ਯਾਰ ਦੇਖੋ ਸਿੰਪਲ ਜੀ ਸਾਫ਼ ਜੀ ਗੱਲ ਹੈਗੀ, ਜੇ ਤੁਹਾਡੇ ਸਿਰ ਤੇ ਪਹਿਲਾਂ ਤੋਂ ਹੀ ਬਹੁਤ ਉਧਾਰੀ ਹੈਗੀ ਕੋਈ ਬੰਦਾ ਨਵੀਂ ਉਧਾਰੀ ਤੁਹਾਨੂੰ ਦੇਣਾ ਪਸੰਦ ਕਰੂਗਾ?
नहीं करूगा, ऑब्वियस जी गल है। उन्हें की सोचना है नवे बंदे ने कि इन्हें पहले ही बहुत सारे लोगों का पैसा मोड़ना हैगा, मेरा कित्थों मोड़ दूगा। तो ਇਹਦੇ ਨਾਲ ਕੀ ਹੁੰਦਾ ਹੈਗਾ, अपने बिजनेस की जो वैल्यू हैगी वो डाउन जाती है। लेकिन जे ਤੁਹਾਡਾ ਆਪਦਾ पैसा बिजनेस ਦੇ ਵਿੱਚ ਲੱਗਿਆ ਹੋਵੇ, ਲੋਕਾਂ ਦਾ ਉਧਾਰ ਪੈਸਾ ਫੜ ਕੇ ਤੁਸੀਂ ਨਹੀਂ ਲਾਇਆਗਾ ਤੇ ਤੁਸੀਂ ਉਧਾਰ ਲੈਣ ਜਾਂਦੇ ਹੋਗੇ ਤਾਂ ਬੰਦਾ ਤੁਹਾਨੂੰ ਖੁਸ਼ ਹੋ ਕੇ ਪੈਸੇ ਦੇ ਸਕਦਾ ਹੈਗਾ ਬਿਨਾਂ ਡਰ ਤੋਂ ਕਿ ਤੁਸੀਂ ਉਹਦੇ ਪੈਸੇ ਈਜ਼ੀਲੀ ਮੋੜ ਸਕਦੇ ਹੋਗੇ। ਉਹਨੂੰ ਡਰ ਨਹੀਂ ਹੋਊਗਾ ਕਿ ਮੇਰਾ ਪੈਸਾ ਡੁੱਬ ਜਾਊਗਾ। तो उवें इत्थे हुंदा हैगा, हुण इक्विटी शेयर होल्डर्स की हुंदे हैगे, अपने बिजनेस के ओनर्स हुंदे हैगे। जिन्ना वध पैसा तुहाडा इक्विटी शेयर होल्डर्स तो इन्वेस्ट किया होगा, उहदे नाल तुहाडे बिजनेस की क्रेडिट वर्दीनेस भी वधूगी, यानी कि लोग तुहाडे ते विश्वास करनगे कि जे पैसा डुबूगा इन्ना इक्विटी शेयर होल्डर्स दा डुबूगा, क्योंकि पता ही हैगा लॉस आया तो किने बेयर करना है, इक्विटी शेयर होल्डर ने। पैसा जिहड़ा भी आऊगा उहदे चों पहला उन्हां दी पेमेंट होगी, एंड ते किहदी होगी, इक्विटी शेयर होल्डर दी होगी। ते इत्थे लोकां नूं रिस्क घट हुंदा हैगा, तां करके आपां नूं ईजीली लोन मिल जाते हैं। ताई इन्होंने क्या बेसिस फॉर लोन्स, इक्विटी शेयर कैपिटल इज द बेसिस ऑन विच लोन्स कैन बी रेज्ड। द अमाउंट ऑफ इक्विटी शेयर कैपिटल एड्स टू द क्रेडिटेबिलिटी ऑफ द कंपनी। द अमाउंट ऑफ इक्विटी शेयर कैपिटल इंक्रीजेस द कॉन्फिडेंस ऑफ द क्रेडिटर्स। उही गल होगी, जे ओनर का पैसा वध लग्या होया, क्रेडिटर नूं विश्वास होगा कि मेरा पैसा मुड़ जूगा। जे लोकां दा ही पैसा वध लग्या होएगा, फिर क्रेडिटर नूं विश्वास नहीं होगा कि मेरा पैसा मुड़ूगा कि नहीं मुड़ूगा, उन्होंने रिस्क लगूगा, तो वो शायद अपन लोन ना देवे। कंट्रोल कंपनी दे विच जिन्ना भी कंट्रोल हुंदा हैगा वो ये देखदे हैगे, वोटिंग राइट्स हुंदे हैगे इन्हां कोल। इक्विटी शेयर होल्डर्स हैव कंट्रोल ओवर द एक्टिविटीज ऑफ द कंपनी। इक्विटी शेयर होल्डर्स हैव वोटिंग राइट्स। द इक्विटी शेयर होल्डर्स कास्ट वोट टू सिलेक्ट द बोर्ड ऑफ डायरेक्टर्स हु कंट्रोल एंड मैनेज द अफेयर ऑफ द कंपनी। एक कंट्रोल देखदे है क्योंकि सारिਆਂ ਨਾਲੋਂ ਵੱਧ ਰਿਸਕ तो इन्हां दा हुंदा हैगा ते ਇਹ बिजनेस दी एक्टिविटीज दे उत्ते ध्यान रखदे हैगे। मोर ओवर ਜਿਹੜੇ बोर्ड ऑफ डायरेक्टर्स हुंदे हैगे उन्हां ਨੂੰ नॉमिनेट ਕਰਨ ਵਾਸਤੇ ਵੀ ਇਹ ਆਪਦਾ वोट ਦਿੰਦੇ हैगे। नैक्सट है हायर प्रॉफिट। हुण देखो एक पासे तो आप गल कर रहे हैं कि इन्हों कुछ नहीं मिलता, एंड ते लॉस बीयर करते हैं, बट एक फीचर इन्हों दे विच ये भी हुंदा है कि इन्हों हायर प्रॉफिट मिलता है। हायर प्रॉफिट किवें मिलता है, देखो जिवें आप प्रैफरेंस शेयर होल्डर्स की गल कर रहे हैं ना, प्रैफरेंस शेयर होल्डर जिहड़े हुंदे हैगे उन्हां नूं प्रॉफिट दे विचों जो आप हिस्सा देना हुंदा वो पहलां तो ही फिक्स किया हुआ हुंदा है। जे तुसी लोन लिता होएगा, लोन उत्ते जो तुसी इंटरेस्ट पे करना हैगा ओदा रेट भी की हुंदा हैगा, फिक्स हुंदा ना। उवें प्रेफरेंस शेयर होल्डर्स नूं प्रॉफिट दे विचों कितना हिस्सा मिलूगा ओदा रेट भी पहलां तो ही फिक्स हुंदा है। हुण फॉर एग्जांपल इन्हां नूं तां आपां की करांगे, फिक्स अमाउंट पैसा दे दांगे प्रॉफिट दे विचों, पिछे जिन्ना भी प्रॉफिट बचदा वो सारा प्रॉफिट किहदे कोले जाऊगा, इक्विटी शेयर होल्डर्स। तो इन्हां नूं कोई भी फिक्स अमाउंट प्रॉफिट दी नहीं मिलती, जिन्ना बच गया सारा दा सारा आपां इन्हां नूं देना है। तां ही करके इन्हां नूं कहा जांदा है कि इन्हां नूं हायर प्रॉफिट मिलदा हैगा प्रेफरेंस शेयर होल्डर्स नालों ते डिबेंचर या लोन होल्डर नालों। जे तुसी लोन लिता वै वो बंदे नूं जिहड़ी तुसी रिटर्न पे करोगे, या प्रेफरेंस शेयर होल्डर जो तुसी लिते हुए उन्हां नूं जो तुसी रिटर्न देनी है वो सिर्फ एक फिक्स अमाउंट देनी है। इन्हां दी कोई फिक्स अमाउंट नहीं हुई, जिन्ना प्रॉफिट आ गया, जे प्रॉफिट वध आ गया इन्हां नूं वध हिस्सा दिता जाऊगा, जे प्रॉफिट घट है घट दे देंगे, लेकिन फिक्स रेट कदे भी नहीं दिता जाता। तो इन्हां नूं इन्हां दे कंपैरिजन नालों ज़्यादा प्रॉफिट मिलता है। Rate of interest for debenture holder and the rate of dividend for preference shareholders are fixed. Debenture holder basically एक type of loan है जो कि कंपनी रेज कर सकती है। At the time of profit, the debenture holder and preference shareholders get fixed income only, but equity shareholder enjoy a higher profit. उन्होंने फिक्स रेट दे देंगे, बाकी इक्विटी। परमानेंट नेचर की कैपिटल है, जे तुसी लोन लिता होएगा तो लोन एक टाइम पीरियड बाद, फिक्स टाइम पीरियड बाद तुहानू पैसे वापस करने पैणगे। लेकिन इक्विटी शेयर कैपिटल दे विच इदां नहीं हुंदागा, जदों तक कंपनी बंद नहीं हुंदीगी उदों तक तुसी पैसे मोड़ने नहीं हुंदे। इक्विटी शेयर होल्डर्स प्रोवाइड परमानेंट फंड्स ऑफ ए कंपनी, देयर इज नो फिक्स्ड कमिटमेंट टू रिटर्न दी मनी। कोई भी फिक्स डेट फाइनल नहीं की जाती पैसे मोड़न दी। प्रीएम्प्टिव राइट। हुण इक्विटी शेयर होल्डर्स जिहड़े हुंदे हैगे ना उन्हां नूं कंपनी लॉ दे विच एक प्रीएम्प्टिव राइट दिता गया। प्रीएम्प्टिव राइट दा की मतलब हैगा कि जदों भी कंपनी ने नवे इक्विटी शेयर्स इशू करने, फॉर एग्जांपल कि मेरे कोले टोटल 5 लाख शेयर्स नेगे, ओदे विचों 3 लाख शेयर्स मैं ऑलरेडी लोगों को इशू किए हुए, 2 लाख शेयर्स हजे भी मेरी कंपनी च पाए है कि मैं कदों भी वो इशू करके पैसे रेज कर सकती हैगी। हुण मान लो कि मैं उन्हां चों 1 लाख शेयर होर इशू करते,
ਜਦੋਂ ਮੈਂ ਆਹ 1 ਲੱਖ ਸ਼ੇਅਰ ਨਵੇਂ ਇਸ਼ੂ ਕਰੂੰਗੀ, ਇਹਨਾਂ ਸ਼ੇਅਰਸ ਨੂੰ ਪਹਿਲਾਂ ਮੈਂ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਜਿਨ੍ਹਾਂ ਕੋਲ 3 ਲੱਖ ਸ਼ੇਅਰਸ ਹੈਗੇ ਉਹਨਾਂ ਨੂੰ ਪੁੱਛੂੰਗੀ ਕਿ ਬਈ ਤੁਸੀਂ ਹੋਰ ਸ਼ੇਅਰ ਇਸ਼ੂ ਕਰਨੇ, ਕੰਪਨੀ ਹੋਰ ਸ਼ੇਅਰ ਇਸ਼ੂ ਕਰਨ ਲੱਗੀ ਹੈ। ਜੇ ਉਹ ਕਹਿੰਦੇ ਕਿ ਹਾਂ ਅਸੀਂ ਕਰਨੇ ਆ, ਫਿਰ ਉਹ 1 ਲੱਖ ਰੁਪਇਆ 1 ਲੱਖ ਸ਼ੇਅਰ ਉਹਨਾਂ ਨੂੰ ਇਸ਼ੂ ਕੀਤੇ ਜਾਣਗੇ। ਜੇ ਉਹ ਨਵੇਂ ਸ਼ੇਅਰ ਲੈਣ ਤੋਂ ਮਨਾ ਕਰ ਦਿੰਦੇ ਹੈਗੇ, ਫਿਰ ਉਹ ਨਵੇਂ ਸ਼ੇਅਰਸ ਬਾਕੀ ਲੋਕਾਂ ਨੂੰ ਆਪਾਂ ਇਸ਼ੂ ਕਰ ਸਕਦੇ ਹੈਗੇ। ਤਾਂ ਆਹ ਪ੍ਰੀਐਮਪਟਿਵ ਰਾਈਟ ਹੁੰਦਾ ਹੈਗਾ ਕਿ ਜਦੋਂ ਵੀ ਨਵੀਂ ਇਸ਼ੂ ਹੋਊਗੀ ਇਕੁਇਟੀ ਸ਼ੇਅਰਸ ਦੀ, ਉਦੋਂ ਪਹਿਲਾਂ ਕੀ ਹੁੰਦਾ ਹੈਗਾ, ਪੁਰਾਣੇ ਇਕੁਇਟੀ ਸ਼ੇਅਰਸ ਨੂੰ ਪੁੱਛਿਆ ਜਾਊਗਾ। ਜੇ ਉਹ ਮਨਾ ਕਰਦੇ, ਫਿਰ ਹੀ ਨਵੇਂ ਲੋਕਾਂ ਨੂੰ ਇਸ਼ੂ ਕੀਤੇ ਜਾਣਗੇ। ਹੁਣ ਇਹਦਾ ਰੀਜ਼ਨ ਕੀ ਹੈਗਾ, ਦੇਖੋ ਫੋਰ ਐਗਜ਼ਾਮਪਲ ਕਿ ਜਿਹੜੇ ਆਹ 3 ਲੱਖ ਸ਼ੇਅਰ ਹੈਗੇ ਪਹਿਲਾਂ 50 ਬੰਦਿਆਂ ਕੋਲੇ ਸੀਗੇ, ਠੀਕ ਹੈ। ਹੁਣ ਜਦੋਂ ਤੁਸੀਂ ਨਵੇਂ ਸ਼ੇਅਰਸ ਇਸ਼ੂ ਕਰੋਗੇ, ਉਦੋਂ ਤੁਸੀਂ 10 ਬੰਦਿਆਂ ਨੂੰ ਆਹ ਲੱਖ ਸ਼ੇਅਰ ਇਸ਼ੂ ਕਰਤੇ। ਪਹਿਲਾਂ ਜਿਹੜਾ ਕੰਟਰੋਲ ਸੀਗਾ ਉਹ 50 ਬੰਦਿਆਂ ਦੇ ਹੱਥ ਸੀਗਾ। ਲੱਖ ਸ਼ੇਅਰਸ ਹੋਰ ਇਸ਼ੂ ਕਰਨ ਨਾਲ ਨਵੇਂ 10 ਬੰਦੇ ਹੋਰ ਜੁੜ ਗਏ, ਕੰਟਰੋਲ ਕਿੰਨੇ ਬੰਦਿਆਂ ਦੇ ਹੱਥ ਦੇ ਵਿੱਚ ਹੋ ਗਿਆ, 60 ਬੰਦਿਆਂ ਦੇ ਵਿੱਚ। ਤੇ ਜੇ ਇਹ ਕੀ ਹੋ ਸਕਦਾ ਹੈਗਾ, ਕਈ ਵਾਰੀ ਕਨਫਲਿਕਟ ਅਰਾਈਜ਼ ਕਰਾ ਸਕਦਾ ਹੈਗਾ ਐਗਜ਼ਿਸਟਿੰਗ ਇਕੁਇਟੀ ਸ਼ੇਅਰ ਹੋਲਡਰਸ ਦੇ ਵਿੱਚ। ਇਸੇ ਕਰਕੇ ਕੰਪਨੀ ਲਾਅ ਨੇ ਇਹ ਪ੍ਰੋਵੀਜ਼ਨ ਬਣਾਈ ਹੋਈ ਹੈਗੀ ਕਿ ਜੇ ਤੁਸੀਂ ਨਵੇਂ ਇਸ਼ੂ ਕਰਨੇ ਹੈਗੇ, ਪਹਿਲਾਂ ਪੁਰਾਣਿਆਂ ਨੂੰ ਪੁੱਛੋ, ਜੇ ਉਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ ਫਿਰ ਹੀ ਤੁਸੀਂ ਨਵੇਂ ਬੰਦੇ ਇਨਕਲੂਡ ਕਰ ਸਕਦੇ ਹੋਗੇ। ਤਾਂ ਇਹਨੂੰ ਆਪਾਂ ਕਹਿੰਦੇ ਪ੍ਰੀਐਮਪਟਿਵ ਰਾਈਟ। ਕਲੀਅਰ ਹੋਇਆ? ਫੀਚਰਸ ਕਲੀਅਰ ਹੋ ਗਏ। ਫੀਚਰਸ ਕੀ ਹੈ? ਇੱਕ ਤਾਂ ਪ੍ਰੀਐਮਪਟਿਵ ਰਾਈਟ ਇਹਨਾਂ ਨੂੰ ਦਿੱਤਾ ਗਿਆ, ਇਹਨਾਂ ਨੂੰ ਹਾਇਰ ਪ੍ਰੋਫਿਟ ਮਿਲਦਾ ਹੈ, ਪਰਮਾਨੈਂਟ ਕੈਪੀਟਲ ਹੈਗੀ ਇਹ, ਬੇਸਿਸ ਫॉर ਲੋਨ ਬਣਦਾ ਹੈ, ਇਹ ਆਪਣਾ ਇਕੁਇਟੀ ਸ਼ੇਅਰ ਹੋਲਡਰਸ ਕੰਟਰੋਲ ਦੇਖਦੇ ਆ ਬਿਜ਼ਨਸ ਦਾ, ਪ੍ਰਾਇਮਰੀ ਰਿਸਕ ਇਹ ਬੀਅਰ ਕਰਦੇ ਹੈਗੇ, ਤੇ ਇਹਨਾਂ ਦਾ ਕਲੇਮ ਹਮੇਸ਼ਾ ਕਿਸ ਇਨਕਮ ਤੇ ਹੁੰਦਾ ਜੋ ਬਚ ਗਈ ਐਂਡ ਤੇ ਉਹਦੇ ਉੱਤੇ। ਹੁਣ ਨੈਕਸਟ ਆ ਜਾਓ ਐਡਵਾਂਟੇजेस ਆਫ ਇਕੁਇਟੀ ਸ਼ੇਅਰਸ। ਇਕੁਇਟੀ ਸ਼ੇਅਰਸ ਦੇ ਕੀ ਐਡਵਾਂਟੇजेस ਨੇ? तो देखो दो पॉइंट ऑफ व्यूज दिते हुए है टू इन्वेस्टर्स ते टू कंपनी ਨੂੰ ਕੀ ਐਡਵਾਂਟੇਜ ਹੈਗੇ ਤੇ ਇਨਵੈਸਟਰਸ ਨੂੰ ਕੀ ਐਡਵਾਂਟੇਜ ਦੇਣਗੇ ਇਕੁਇਟੀ ਸ਼ੇਅਰਸ ਇਸ਼ੂ ਕਰਨ ਦੇ। ਪਹਿਲਾਂ ਇਨਵੈਸਟਰਸ ਦੇ ਪੁਆਇੰਟ ਆਫ व्यू ਤੋਂ ਦੇਖਦੇ ਹਾਂ। ਟੂ ਪਾਰਟਿਸਿਪੇਟ ਇਨ ਮੈਨੇਜਰੀਅਲ ਐਕਟੀਵਿਟੀਜ਼। ਕੰਟਰੋਲ ਆਪਾਂ ਪੜਿਆ ਸੀ ਨਾ ਕਿਹਦੇ ਕੋਲੇ ਹੁੰਦਾ, ਇਕੁਇਟੀ ਸ਼ੇਅਰ ਹੋਲਡਰਸ ਕੋਲੇ ਹੁੰਦਾ ਹੈਗਾ, ਵੋਟਿੰਗ ਰਾਈਟ ਹੁੰਦਾ ਇਹਨਾਂ ਕੋਲੇ। ਤਾਂ ਇਹ ਇਨਵੈਸਟਰਸ ਨੂੰ ਐਡਵਾਂਟੇਜ ਹੈਗੀ ਕਿ ਉਹ ਕੰਪਨੀ ਦੀ ਮੈਨੇਜਰੀਅਲ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ। ਟੂ ਅਰਨ ਮੋਰ ਬਾय ਵੇ ਆਫ ਡਿਵੀਡੈਂਡ, ਇਹ ਵੀ ਆਪਾਂ ਪੜਿਆ ਸੀਗਾ ਕਿ ਇਹਨਾਂ ਨੂੰ ਹਾਇਰ ਪ੍ਰੋਫਿਟ ਮਿਲਦਾ ਹੈਗਾ ਤੇ ਇਹ ਪ੍ਰੈਫਰੈਂਸ ਸ਼ੇਅਰ ਹੋਲਡਰਸ ਨਾਲੋਂ ਵੱਧ ਡਿਵੀਡੈਂਡ ਵੀ ਅਰਨ ਕਰ ਸਕਦੇ ਆ, ਤੇ ਇਹ ਇਕੁਇਟੀ ਸ਼ੇਅਰ ਹੋਲਡਰਸ ਨੂੰ ਬੈਨੀਫਿਟ ਹੁੰਦਾ ਹੈ। ਟੂ ਅਰਨ ਕੈਪੀਟਲ ਪ੍ਰੋਫਿਟ, ਜੋ ਕੈਪੀਟਲ ਗੇਨ ਹੁੰਦਾ ਹੈਗਾ ਬੇਸਿਕਲੀ ਐਸੈਟ बेचन ते जो थोनों प्रॉफिट हो रहा है उन्होंने क्या जाता है कैपिटल गेन। ते शेयर्स जेडे हुंदे हैगे वो बेसिकली जेडे भी इन्वेस्टर्स हुंदे जिन्हां ने शेयर्स खरीदे हुए हैगे उन्हां दे पॉइंट ऑफ व्यू नाल एसेट है। ते जदों भी शेयर्स बेचे जाणगे जे उहदे ते प्रॉफिट हो रहा है, फॉर एग्जांपल कि जे मैं 10 रुपए दा शेयर खरीदिया सीगा, मैं 15 रुपए च बेचदा तां मैनूं 5 रुपए दा प्रॉफिट हो रहा, आ 5 रुपए प्रॉफिट की मेरा कैपिटल गेन। फॉर यही जिवें आपां गल कर लई कि एसी 10 रुपए दा खरीदिया सी 15 च बेचता, 5 रुपए दा प्रॉफिट हो गया, एक ही होगा कैपिटल गेन। तां इक्विटी शेयर होल्डर्स कैपिटल गेन भी अर्न कर सकते हैं। जे मार्केट दे विच शेयर की वैल्यू इनक्रीज होंदी है तो उन्होंने कैपिटल गेन हुंदा है। ये सीगे इन्वेस्टर्स दे पॉइंट ऑफ व्यू तो। कंपनी दे पॉइंट ऑफ व्यू तो की हुंदा हैगा अरेंजमेंट ऑफ परमानेंट कैपिटल। ये आपां हुणी पढ़ के आए ना फीचर दे विच कि ये केड़ी कैपिटल है, परमानेंट। पैसे आपां फिक्स्ड टाइम पीरियड दे विच नहीं मोड़ने हुंदे। नो फिक्स्ड बर्डन, जे घट प्रॉफिट है या लॉस दे विच है तो इन्हां नूं कुछ देना है आपां नहीं देना। कदों देना है जो प्रॉफिट है, जो सारे पे करन तो बाद कुछ बचदा है उदों। तो कोई भी कंपनी ते फिक्स्ड बर्डन नहीं हुंदा। यही जे लोन लिता होवे उन्हां नूं ब्याज देना ही पऊगा, चाहे प्रॉफिट आए चाहे लॉस आवे, तो उत्थे आपां नूं बर्डन हुंदा है। इनक्रीज इन क्रेडिट वर्दीनेस, बेसिस फॉर लोन वाला पॉइंट पढ़िया सी फीचर दे विच, वो पॉइंट है कि जिन्ने ज्यादा इक्विटी शेयर होल्डर्स होणगे उहदे नाल कंपनी उत्ते लोकां दा विश्वास वधदा कि उन्हां दे पैसे कंपनी मोड़ दोगी जे उन्हां तो तुसीं लोन लै रहे होगे तां। नो नीड ऑफ मोर्टगेज, ये आप ऑनर्स फंड दे विच फीचर्स पढ़िया सीगा कि ऑनर्स फंड दे विच तुहानूं सिक्योरिटी रखण दी मोर्टगेज, यानी कि जदों तुसीं लोन लै रहे होगे उत्थे कई बारी आपां नूं कोई चीज़ आपदी गिरवी रखनी पै सकदी है कि सेम अमाउंट दी, कि जे कल नूं मैं लोन दी अमाउंट नहीं मोड़ पाई तो वो चीज़ जो मैं उस पर्सन नूं दित्ती हैगी ओहदी हो जूगी, वो उस चीज़ नूं बेच के आपदे पैसे पूरे कर सकदा है। जदों तुसीं इक्विटी शेयर्स नूं इशू कर रहे होगे तो उत्थे तुहानूं कोई भी चीज़ मोर्टगेज कोई भी चीज़ आपदी गिरवी रखण दी लोड़ नहीं हुंदी। ये हुंदे हैगे कंपनी वास्ते फायदे इक्विटी शेयर्स नूं इशू करन दे। हुण नुकसान की है इक्विटी शेयर्स दे, इन्वेस्टर्स नूं की नुकसान हैगा, अनसर्टेन इनकम। आप गया ना कोई भी फिक्स रेट नहीं मिलता, प्रॉफिट आ गया दे देंगे, लॉस आया नहीं देवांगे, वध प्रॉफिट आ गया वध हिस्सा दे देंगे। तो इन्हां नूं नुकसान हुंदा कि इन्हां दी इनकम जो हुंदी है सर्टेन नहीं हुंदी। प्रेफरेंस शेयर होल्डर्स नूं फिक्स रेट मिलूगा, इन्हां नूं नहीं मिलूगा।
लॉस ड्यू टू रिसेशन, रिसेशन मतलब कि डाउनफॉल इन द बिजनेस, जे कंपनी डाउनफॉल फेस कर रही हैगी उस टाइम ਤੇ ਫਿਰ लॉसेस ਦੇ ਵਿੱਚ लॉसेस ਚ ਜਾ ਰਹੇ ਹਾਂਗੇ ਆਪਾਂ, ਤਾਂ ਉਹਦੇ ਨਾਲ ਕੀ ਹੋਊਗਾ, ਇਹਨਾਂ ਨੂੰ ਵੀ लॉस ਹੋਊਗਾ। लॉस ਚ ਜਾ ਰਹੀ ਹੈ ਕੰਪਨੀ, डाउनफॉल फेस कर रही है तो ਉਹਦੇ ਨਾਲ शेयर ਦੀ वैल्यू भी घटूगी। ਹੁਣ ਜਿਵੇਂ ਆਪਾਂ ਪੜਿਆ ਸੀਗਾ, ਜੇ शेयर ਦੀ वैल्यू ਵੱਧ ਰਹੀ ਹੈਗੀ ਤਾਂ कैपिटल लॉस हो रहेगा, ਜੇ शेयर ਦੀ वैल्यू घट ਜੇ ਤਾਂ ਉੱਥੇ ਨਾ ਇਹਨਾਂ ਨੂੰ ਕੀ ਹੋਊਗਾ, लॉस ਹੋਊਗਾ। लॉस ड्यू टू लिक्विडेशन, ਹੁਣ ਜੇ ਮੰਨ ਲਓ ਕੰਪਨੀ ਜਦੋਂ ਬੰਦ ਹੋ ਰਹੀ ਹੈਗੀ ਉਸ ਟਾਈਮ ਤੇ ਸਾਰੀਆਂ ਪੇਮੈਂਟਾਂ ਕਰਨ ਤੋਂ ਬਾਅਦ ਇਹਨਾਂ ਨੂੰ ਮਿਲੂਗਾ, ਜੇ ਸਾਰੀਆਂ ਪੇਮੈਂਟਾਂ ਕਰਨ ਤੋਂ ਬਾਅਦ ਕੁਝ ਵੀ ਨਹੀਂ ਬਚਦਾ ਇਹਨਾਂ ਨੂੰ, ਫਿਰ ਇਹਨਾਂ ਨੇ ਜਿੰਨਾ ਵੀ ਪੈਸਾ ਬਿਜ਼ਨਸ ਦੇ ਵਿੱਚ ਇਨਵੈਸਟ ਕੀਤਾ ਹੋਇਆ ਸੀ ਉਹ ਸਾਰਾ ਕੀ ਹੋ ਜਾਊਗਾ, ਸਾਰਾ ਦਾ ਸਾਰਾ ਪੈਸਾ ਡੁੱਬ ਜਾਊਗਾ। लॉस ड्यू टू स्पैकुलेशन, कई लोग की होंगे है स्पैकुलेशन, बेसिकली इतने सट्टा की गल हो रही है, कई लोग शेयर्स से सट्टा लाते हैं, शेयर्स की वैल्यू बढ़ाने घटाने लिए सट्टा लाते हैं, तो ਉਹਦੇ ਨਾਲ ਕੀ ਹੁੰਦਾ ਹੈਗਾ, ਇਹਨਾਂ ਨੂੰ भी लॉस फेस करना पै ਜਾਂਦਾ ਹੈਗਾ। ਹੁਣ कंपनी वास्ते की नुकसान ने, नो एडवांटेज ऑफ ट्रेडिंग ऑन इक्विटी, ट्रेडिंग ऑन इक्विटी बेसिकली कंसैप्ट हैगा जो कहता हैगा कि जे तुसी कल्ली इक्विटी शेयर इशू करके ही पैसे रेज कर दोगे तो कंपनी प्रॉफिट ज्यादा नहीं कमा सकती, जे इक्विटी दे नाल तुसी लोन वगैरह भी लैने होगे तो ਉਹਦੇ ਨਾਲ ਤੁਹਾਨੂੰ प्रॉफिट ਵੱਧ ਹੋਊਗਾ। ਤੇ ਹੁਣ ਜੇ ਮੰਨ ਲਓ ਕਿ ਕੰਪਨੀ ਕੱਲੀ ਇਕੁਇਟੀ ਸ਼ੇਅਰ ਇਸ਼ੂ ਕਰ ਰਹੀ ਹੈ ਤਾਂ ਉਹਨੂੰ ਟ੍ਰੇਡਿੰਗ ਔਨ ਇਕੁਇਟੀ ਦਾ ਬੈਨੀਫਿਟ ਨਹੀਂ ਮਿਲੂਗਾ। नो फ्लैक्सीबिलिटी इन कैपिटल स्ट्रक्चर, ਹੁਣ कैपिटल स्ट्रक्चर बेसिकली जिन्ना भी पैसा तुसी बिजनेस ਦੇ ਵਿੱਚ ਇਨਵੈਸਟ ਕੀਤਾ ਹੋਏਗਾ ਉਹਨੂੰ ਕਿਹਾ ਗਿਆ, ਚਾਹੇ ਤੁਸੀਂ ਆਪਦਾ ਲਾਇਆ ਚਾਹੇ ਤੁਸੀਂ ਲੋਕਾਂ ਤੋਂ ਫੜ ਕੇ ਲਾਇਆ। ਹੁਣ ਜੇ ਕੱਲਾ ਇਕੁਇਟੀ ਸ਼ੇਅਰਸ ਦਾ ਹੀ ਪੈਸਾ ਬਿਜ਼ਨਸ ਦੇ ਵਿੱਚ ਲੱਗਿਆ ਹੋਏਗਾ ਤਾਂ ਉਹਦੇ ਨਾਲ ਆਪਣੇ ਬਿਜ਼ਨਸ ਦੇ ਵਿੱਚ ਕੈਪੀਟਲ ਸਟਰਕਚਰ ਦੀ ਫਲੈਕਸੀਬਿਲਿਟੀ ਘਟ ਜਾਂਦੀ ਹੈ। ਮਤਲਬ ਕਿ ਇਕੁਇਟੀ ਸ਼ੇਅਰ ਹੋਲਡਰਸ ਨੂੰ ਪੈਸਾ ਕਦੋਂ ਵਾਪਸ ਕਰਾਂਗੇ, ਜਦੋਂ ਬਿਜ਼ਨਸ ਬੰਦ ਹੋਊਗਾ। ਜੇ ਮੰਨ ਲਓ ਕਿ ਵਿੱਚ ਦੀ ਮੈਨੂੰ ਇੰਨੇ ਪੈਸੇ ਦੀ ਲੋੜ ਨਹੀਂ ਹੈਗੀ, ਮੈਂ ਆਪਦੀ ਕੈਪੀਟਲ ਨੂੰ ਰਿਡਿਊਸ ਕਰਨਾ, ਤਾਂ ਮੈਂ ਇਹਨਾਂ ਨੂੰ ਪੈਸੇ ਮੋੜ ਕੇ ਆਪਦੀ ਕੈਪੀਟਲ ਰਿਡਿਊਸ ਨਹੀਂ ਕਰ ਸਕਦੀ। ਇਹੀ ਜੇ ਮੈਂ ਲੋਨ ਲਿੱਤਾ ਹੋਵੇ ਤਾਂ ਮੈਂ ਲੋਨ ਹੋਲਡਰ ਨੂੰ ਪੈਸੇ ਮੋੜ ਕੇ ਆਪਦੀ ਕੈਪੀਟਲ ਰਿਡਿਊਸ ਕਰ ਸਕਦੀ ਹਾਂ ਤੇ ਵਧਾ ਵੀ ਸਕਦੀ ਹਾਂ, ਫਲੈਕਸੀਬਿਲਿਟੀ ਹੁੰਦੀ, ਪਰ ਇਹਨਾਂ ਦੇ ਵਿੱਚ ਨਹੀਂ ਹੁੰਦੀ। लॉस ड्यू टू इंटरफेरेंस इन मैनेजमेंट, ਹੁਣ ਆਪਾਂ ਪੜਿਆ ਸੀਗਾ ਇਕੁਇਟੀ ਸ਼ੇਅਰ ਹੋਲਡਰਸ ਕੰਟਰੋਲ ਦੇਖਦੇ ਹੈਗੇ ਮੈਨੇਜਮੈਂਟ ਐਕਟੀਵਿਟੀਜ਼ ਦੇ ਉੱਤੇ, ਤੇ ਇਹਦੇ ਨਾਲ ਕਈ ਵਾਰੀ ਉਹਨਾਂ ਦੀ ਇੰਟਰਫੇਰੈਂਸ ਨਾਲ ਕੰਪਨੀ ਨੂੰ ਲਾਸ ਫੇਸ ਕਰਨਾ ਪੈ ਸਕਦਾ, ਕਿਉਂਕਿ ਬੋਰਡ ਆਫ ਡਾਇਰੈਕਟਰਸ ਕੰਪਨੀ ਚਲਾਉਂਦੇ ਆ, ਇਕੁਇਟੀ ਸ਼ੇਅਰ ਹੋਲਡਰਸ ਕੀ ਹੁੰਦੇ ਹੈਗੇ, ਸਿਰਫ ਓਨਰਸ ਹੁੰਦੇ ਹੈਗੇ। फ्लोटेशन कॉस्ट ज्यादा होंगी हैगी, जेडे आप शेयर्स इशू करते हैं इन्ना ते जो खर्चा हो रहा होंगे, जे मान लो कि मैं चॉकलेट की कोई कंपनी है, उन्होंने आपका चॉकलेट बेचना है, तो चॉकलेट बेचने से उन्होंने खर्चा होगा ना, एडवर्टीजमेंट सेल्स कैंपेन वगैरह कुछ भी, तो वो उवें ही शेयर्स वगैरह बेचण ते जो खर्चा हुंदा हैगा, कंपनी जो आपकी सिक्योरिटीज बेचदी हैगी, जो उन्हां ते खर्चा हुंदा वो खर्चे नूं नाम दिता जांदा है फ्लोटेशन कॉस्ट। इक्विटी शेयर होल्डर सारिਆਂ ਨਾਲੋਂ ਵੱਧ ਰਿਸਕੀ ਹੁੰਦੇ ਹੈਗੇ, ਤਾਂ ਇਹਦੇ ਇਹਨਾਂ ਉੱਤੇ फ्लोटेशन कॉस्ट भी ਆਪ ਨੂੰ ਸਾਰਿਆਂ ਨਾਲੋਂ ਵੱਧ ਹੀ ਪੈਂਦੀ ਹੈ। नो टैक्स एडवांटेज, ਜਦੋਂ ਤੁਸੀਂ ਇਕੁਇਟੀ ਸ਼ੇਅਰ ਇਸ਼ੂ ਕਰਦੇ ਹੋਗੇ ਤਾਂ ਉਹਦੇ ਨਾਲ ਆਪਾਂ ਨੂੰ ਪ੍ਰੋਫਿਟ ਦੇ ਵਿੱਚੋਂ ਕੋਈ ਵੀ ਟੈਕਸ ਐਡਵਾਂਟੇਜ ਨਹੀਂ ਮਿਲਦਾ। ਕਲੀਅਰ ਹੋਇਆ एडवांटेज डिसएडवांटेज इक्विटी शेयर होल्डर ਦੀਆਂ ਇਨਵੈਸਟਰ ਦੇ ਕੰਪਨੀ ਦੇ ਪੁਆਇੰਟ ਆਫ व्यू ਨਾਲੋਂ। ਨੈਕਸਟ ਹੁਣ ਆਪਣੇ ਕੋਲੇ ਟੌਪਿਕ ਆ ਜਾਂਦਾ ਹੈਗਾ ਪ੍ਰੈਫਰੈਂਸ ਸ਼ੇਅਰਸ। प्रेफरेंस शेयर्स भी ਤੁਹਾਨੂੰ ਵੈਸੇ ਸਮਝ ਆਈ ਗਏ, ਆਪਾਂ ਪਿੱਛੇ ਇਕੁਇਟੀ ਦੇ ਨਾਲ ਹੀ ਡਿਸਕਸ ਕਰ ਲਏ ਸੀ। ਦੋ ਤਰ੍ਹਾਂ ਦੇ ਸ਼ੇਅਰਸ ਹੁੰਦੇ ਹੈਗੇ, ਇੱਕ ਸ਼ੇਅਰ ਨੂੰ ਪ੍ਰੈਫਰੈਂਸ਼ੀਅਲ ਰਾਈਟ ਹੁੰਦਾ, ਇੱਕ ਸ਼ੇਅਰ ਨੂੰ ਪ੍ਰੈਫਰੈਂਸ਼ੀਅਲ ਰਾਈਟ ਨਹੀਂ ਹੁੰਦਾ। ਜਿਨ੍ਹਾਂ ਨੂੰ ਨਹੀਂ ਹੁੰਦਾ ਉਹ ਹੁੰਦੇ ਇਕੁਇਟੀ ਸ਼ੇਅਰਸ, ਜਿਨ੍ਹਾਂ ਕੋਲੇ ਪ੍ਰੈਫਰੈਂਸ਼ੀਅਲ ਰਾਈਟਸ ਹੁੰਦੇ ਉਹ ਕਿਹੜੇ ਹੁੰਦੇ ਹੈਗੇ, ਪ੍ਰੈਫਰੈਂਸ ਸ਼ੇਅਰ ਹੋਲਡਰਸ। ਕਿਹੜੇ ਕਿਹੜੇ ਪ੍ਰੈਫਰੈਂਸ਼ੀਅਲ ਰਾਈਟਸ ਹੁੰਦੇ ਹੈਗੇ, ਇੱਕ ਤਾਂ ਪੇਮੈਂਟ ਆਫ ਡਿਵੀਡੈਂਡ ਦੇ ਵਿੱਚ ਪ੍ਰੈਫਰੈਂਸ਼ੀਅਲ ਰਾਈਟ ਹੁੰਦਾ ਹੈਗਾ, ਇੱਕ ਜਦੋਂ ਕੰਪਨੀ ਬੰਦ ਹੋ ਰਹੀ ਹੈ ਕਿ ਉਦੋਂ ਪੈਸਾ ਮੋੜਿਆ ਜਾਊਗਾ ਉਹਦੇ ਵਿੱਚ ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈਗੀ। It refers to those shares which carry preferential right in the payment of annual dividend and repayment of capital in the event of liquidation. The investors to whom preference shares are issued are known as preference share holders. Clear होगी गल, मीनिंग समझ आ गया preference share holders दा। चलो जी हुण आपां फीचर्स डिस्कस कर देंगे preference share holders दे। फिक्स रेट ऑफ डिविडेंड, डिविडेंड पता लग गया ना किनू क्या हैगा, प्रॉफिट दे विचों जो शेयर होल्डर्स ਨੂੰ ਹਿੱਸਾ ਦਿੱਤਾ ਜਾ ਰਿਹਾ ਹੈਗਾ ਉਹਨੂੰ ਹਿੱਸੇ ਨੂੰ ਕੀ ਕਹੇਗਾ, ਡਿਵੀਡੈਂਡ। ਇਹਨਾਂ ਨੂੰ ਪ੍ਰੋਫਿਟ ਦੇ ਵਿੱਚੋਂ ਇੱਕ ਫਿਕਸ ਅਮਾਉਂਟ ਹੀ ਦਿੱਤੀ ਜਾਂਦੀ ਹੈ, 8% 7% 10% ਜਿੰਨੀ ਵੀ ਫਿਕਸ ਕੀਤੀ ਹੋਊਗੀ ਉਹਨਾਂ % ਹੀ ਪ੍ਰੋਫਿਟ ਦੇ ਵਿੱਚੋਂ ਹਿੱਸਾ ਮਿਲੂਗਾ, ਪਹਿਲਾ ਪੁਆਇੰਟ। ਤੇ ਇਹ ਜਿਹੜਾ ਡਿਵੀਡੈਂਡ ਮਿਲੂਗਾ ਇਹ ਇਕੁਇਟੀ ਸ਼ੇਅਰ ਹੋਲਡਰਸ ਨੂੰ ਡਿਵੀਡੈਂਡ ਪੇ ਕਰਨ ਤੋਂ ਪਹਿਲਾਂ ਦੇ ਦਿੱਤਾ ਜਾਊਗਾ। नो सिक्योरिटी, ਉਹੀ ਮੋਰਟਗੇਜ ਵਾਲਾ ਪੁਆਇੰਟ, ਇਹ ਵੀ ਹੁਣ ਓਨਰਸ ਫੰਡ ਦੇ ਵਿੱਚ ਆਉਂਦੇ, ਇੱਥੇ ਵੀ ਤੁਹਾਨੂੰ ਮੋਰਟਗੇਜ ਕੋਈ ਵੀ ਚੀਜ਼ ਗਿਰਵੀ ਰੱਖਣ ਦੀ ਲੋੜ ਨਹੀਂ ਹੈਗੀ, ਜਿਵੇਂ ਆਪਾਂ ਨੂੰ ਇਕੁਇਟੀ ਸ਼ੇਅਰ ਦੇ ਵਿੱਚ ਰੱਖਣ ਦੀ ਲੋੜ ਨਹੀਂ ਹੈਗੀ। ਕਲੀਅਰ ਹੋ ਗਏ ਦੋ ਪੁਆਇੰਟ। ਨੈਕਸਟ ਵੋਟਿੰਗ ਰਾਈਟਸ, ਇਹਨਾਂ ਕੋਲੇ ਵੋਟਿੰਗ ਰਾਈਟਸ ਨਹੀਂ ਹੁੰਦੇ ਕਿਉਂਕਿ ਇਹਨਾਂ ਨੂੰ ਪ੍ਰੈਫਰੈਂਸ ਮਿਲ ਜਾਂਦੀ ਹੈ ਕਿ ਪਹਿਲਾਂ ਹੀ ਪੇਮੈਂਟ ਦੇ ਵਿੱਚ, ਤੇ ਇਹਨਾਂ ਨੂੰ ਵੋਟਿੰਗ ਰਾਈਟ ਨਹੀਂ ਦਿੱਤਾ ਜਾਂਦਾ। ਇਕੁਇਟੀ ਸ਼ੇਅਰ ਹੋਲਡਰ ਕੋਲੇ ਵੋਟਿੰਗ ਰਾਈਟ ਹੁੰਦਾ, ਪਰ ਇਹਨਾਂ ਨੂੰ ਵੀ ਨਾ ਕਈ ਵਾਰੀ ਵੋਟਿੰਗ ਰਾਈਟ ਮਿਲ ਜਾਂਦਾ ਹੈ।
ਨੋਰਮਲ ਕੰਡੀਸ਼ਨਸ ਵੋਟਿੰਗ ਰਾਈਟ ਨਹੀਂ ਹੈਗੇ, ਬਟ ਕਈ ਵਾਰੀ ਸਪੈਸ਼ਲ ਕੰਡੀਸ਼ਨ ਦੇ ਵਿੱਚ ਇਹਨਾਂ ਨੂੰ ਵੋਟਿੰਗ ਰਾਈਟ ਮਿਲ ਜਾਂਦਾ ਹੈ। ਉਹ ਸਪੈਸ਼ਲ ਕੰਡੀਸ਼ਨ ਕਿਹੜੀ ਹੋਊਗੀ, ਜਦੋਂ ਕੰਪਨੀ 2 ਜਾਂ 2 ਤੋਂ ਵੱਧ ਸਾਲਾਂ ਲਈ ਇਹਨਾਂ ਨੂੰ ਡਿਵੀਡੈਂਡ ਦੀ ਪੇਮੈਂਟ ਨਹੀਂ ਕਰ ਪਾ ਰਹੀ, ਮੰਨ ਲਓ ਕਿ ਕੰਪਨੀ ਕੋਲੇ ਇਨਐਡੁਕੇਟ ਪ੍ਰੋਫਿਟ ਆ ਰਿਹਾ ਜਾਂ ਫਿਰ ਲਾਸ ਚ ਜਾ ਰਹੀ ਹੈ, ਤਾਂ ਇਹਨਾਂ ਨੂੰ ਡਿਵੀਡੈਂਡ ਦੀ ਪੇਮੈਂਟ ਜੇ ਨਹੀਂ ਹੋ ਪਾ ਰਹੀ 2 ਜਾਂ 2 ਤੋਂ ਵੱਧ ਸਾਲਾਂ ਦੇ ਵਿੱਚ, ਤਾਂ ਇਹਨਾਂ ਕੋਲੇ ਵੀ ਵੋਟਿੰਗ ਰਾਈਟਸ ਆ ਜਾਣਗੇ। ਹਾਈਬ੍ਰਿਡ ਸਿਕਿਉਰਿਟੀ, ਹਾਈਬ੍ਰਿਡ ਦਾ ਮਤਲਬ ਹੁੰਦਾ ਹੈਗਾ ਮਿਕਸਚਰ। ਹੁਣ ਪ੍ਰੈਫਰੈਂਸ ਸ਼ੇਅਰ ਹੋਲਡਰਸ ਜਿਹੜੇ ਹੁੰਦੇ ਹੈਗੇ, ਦੋ ਸਿਕਿਉਰਿਟੀਜ਼ ਦਾ ਮਿਕਸਚਰ ਹੈਗੇ, ਇੱਕ ਤਾਂ ਇਕੁਇਟੀ ਸ਼ੇਅਰਸ, ਦੂਸਰਾ ਡਿਬੈਂਚਰਸ। ਡਿਬੈਂਚਰ ਵੀ ਕੰਪਨੀ ਦੀ ਸ਼ੇਅਰ ਵਾਂਗੂ ਇੱਕ ਸਿਕਿਉਰਿਟੀ ਹੁੰਦੀ ਹੈਗੀ, ਲੇਕਿਨ ਇਕੁਇਟੀ ਤੇ ਪ੍ਰੈਫਰੈਂਸ ਜੋ ਹੁੰਦੇ ਆ ਉਹ ਓਨਰਸ ਫੰਡ ਦੇ ਵਿੱਚ ਆਉਂਦੇ ਆ, ਡਿਬੈਂਚਰ ਲੋਨ ਲਾਇਬਿਲਿਟੀ ਦੇ ਵਿੱਚ ਆਉਂਦੇ ਹੈਗੇ। ਹੁਣ ਪ੍ਰੈਫਰੈਂਸ ਸ਼ੇਅਰ ਦੋਨਾਂ ਦਾ ਮਿਕਸਚਰ ਕਿਵੇਂ ਹੈਗਾ, ਦੇਖੋ ਡਿਬੈਂਚਰ ਜੋ ਹੈ ਉਹ ਲੋਨ ਦੀ ਕੈਟਾਗਰੀ ਦੇ ਵਿੱਚ ਆਉਂਦੇ, ਤੇ ਲੋਨ ਤੇ ਜੋ ਤੁਸੀਂ ਵਿਆਜ ਦੇਣਾ ਹੁੰਦਾ ਉਹਦਾ ਰੇਟ ਫਿਕਸ ਹੁੰਦਾ। ਉਵੇਂ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਜਿਹੜਾ ਡਿਵੀਡੈਂਡ ਦੇਣਾ ਉਹਦਾ ਰੇਟ ਵੀ ਫਿਕਸ ਹੈ। ਤਾਂ ਡਿਬੈਂਚਰ ਦਾ ਤਾਂ ਇਹਨਾਂ ਦੇ ਵਿੱਚ ਆ ਫੀਚਰ ਹੈਗਾ। ਇਕੁਇਟੀ ਸ਼ੇਅਰ ਜਿਹੜੇ ਹੁੰਦੇ ਹੈਗੇ ਉਹ ਓਨਰ ਫੰਡ ਦੇ ਵਿੱਚ ਆਉਂਦੇ ਹੈਗੇ, ਤੇ ਉਹਨਾਂ ਨੂੰ ਡਿਵੀਡੈਂਡ ਉਦੋਂ ਹੀ ਮਿਲਦਾ ਹੈਗਾ ਜਦੋਂ ਕੰਪਨੀ ਕੋਲੇ ਪ੍ਰੋਫਿਟ ਆ ਰਿਹਾ। ਜੇ ਲਾਸ ਆ ਰਿਹਾ ਤਾਂ ਇਕੁਇਟੀ ਸ਼ੇਅਰ ਹੋਲਡਰ ਨੂੰ ਡਿਵੀਡੈਂਡ ਨਹੀਂ ਦਿੱਤਾ ਜਾਊਗਾ, ਉਵੇਂ ਪ੍ਰੈਫਰੈਂਸ ਸ਼ੇਅਰ ਹੋਲਡਰ ਨੂੰ ਹੁੰਦਾ। ਤਾਂ ਇਹਦਾ ਇਕੁਇਟੀ ਸ਼ੇਅਰ ਦਾ ਇੱਕ ਫੀਚਰ ਤੇ ਡਿਬੈਂਚਰਸ ਦਾ ਇੱਕ ਫੀਚਰ ਪ੍ਰੈਫਰੈਂਸ ਦੇ ਵਿੱਚ ਹੁੰਦਾ ਹੈਗਾ, ਤਾਂ ਹੀ ਇਹਨਾਂ ਨੂੰ ਦੋਨਾਂ ਦਾ ਹੀ ਕੀ ਕਿਹਾ ਜਾਂਦਾ ਹੈਗਾ, ਮਿਕਸਚਰ ਕਿਹਾ ਜਾਂਦਾ ਹੈ। ਫਿਕਸ ਰੇਟ ਕਰਕੇ ਇਹ ਡਿਬੈਂਚਰ ਦੇ ਸਿਮਿਲਰ ਹੈਗਾ, ਤੇ ਲਾਸ ਦੇ ਵਿੱਚ ਡਿਵੀਡੈਂਡ ਨਹੀਂ ਮਿਲੂਗਾ, ਇਹਦੀ ਸਿਮਿਲੈਰਿਟੀ ਮੈਚ ਹੁੰਦੀ ਹੈ ਇਹਦੀ ਇਕੁਇਟੀ ਸ਼ੇਅਰਸ ਦਾ। क्लियर होगी हाइब्रिड सिक्योरिटी क्यों है। हेल्प टू कलेक्ट लार्ज अमाउंट ऑफ फंड्स। हुण देखो इक्विटी शेयर होल्डर्स जिहड़े हैगे वो वध रिस्की हुंदे हैगे, क्योंकि उन्होंने विच आपां नूं श्योरिटी नहीं हैगी कि इन्वेस्टर्स नूं कुछ मिलूगा कि नहीं मिलूगा। इन्हां नूं फिक्स रेट ऑफ डिविडेंड मिल जाता है, बट जे कंपनी लॉस बीयर कर रही है उस केस दे विच भी कंपनी नूं देण दी लोड़ नहीं हैगी। लेकिन जे कंपनी ने लोन दिता होया लॉस दे केस भी देना ही पऊगा ब्याज। तां करके ये जिहड़े हुंदे हैगे ना बंदे प्रैफरेंस शेयर होल्डर्स, इन्हां तो आपां लार्ज अमाउंट ऑफ फंड्स क्रिएट कर सकते हैं। किवें कर सकते हैं कि इन्वेस्टर्स के पॉइंट ऑफ व्यू नाल इन्हां नूं एक फिक्स रेट ऑफ डिविडेंड मिल जाऊगा, ते कंपनी के पॉइंट ऑफ व्यू नाल जे लॉस हो जाता है तो उस केस दे विच कंपनी नूं कुछ भी देने की लोड़ नहीं हैगी। ते आपां नूं हेल्प करदे लार्ज अमाउंट ऑफ फंड्स रेज करन दे विच। नो फिक्स लायबिलिटी, ओही जे कंपनी नूं लॉस आ रहा है ते इन्हां नूं डिविडेंड पे करना आपां नूं जरूरी नहीं हैगा, जिवें कि आपां नूं लोन दे विच जरूरी हुंदा ही हुंदा हैगा। नेक्स्ट इज एडवांटेजेस ऑफ प्रेफरेंस शेयर होल्डर्स। इन्वेस्टर्स ते कंपनी दोनों के पॉइंट ऑफ व्यू तो एडवांटेजेस समझते हैं। तो देखो पहला पॉइंट की है रेगुलर इनकम। फिक्स रेट ऑफ डिविडेंड इन्होंने मिलता है, तो इन्होंने प्रॉफिट दे विचों एक रेगुलर इनकम मिलती रहती है। प्रेफरेंस एट द टाइम ऑफ लिक्विडेशन, लिक्विडेशन के टाइम पे इन्होंने पहला पेमेंट हो जाएगी इक्विटी वालियां नालों। पार्टिसिपेशन इन एक्सट्रा प्रॉफिट, कई बार की होंगे कंपनी कई शेयर्स एहो जे होंगे प्रेफरेंस शेयर्स जिन्होंने एक्सट्रा प्रॉफिट दे दिता जाता है कि इक्विटी नूं पे करन तो बाद जे फिर भी कुछ सरप्लस प्रॉफिट बच जाता है तो उहदे विचों इन्हां नूं हिस्सा दे दिता जाता है। इन्हां कोले वोटिंग राइट्स हुंदे कि इन्हां दे रिलेटेड रेजोल्यूशंस दे विच कि जे कोई डिसीजन इन्हां रिलेटेड लिता जा रहा है तो उत्थे वोट दे सकते हैं। प्लस जिन्हां नूं 2 या 2 तो वध सालां लई डिविडेंड नहीं मिल रहा फिर भी इन्हां कोले वोटिंग राइट्स आ जाते हैं। कंपनी के पॉइंट ऑफ व्यू तो की एडवांटेज है, इंटरफेरेंस नहीं होंगी इन्हां दी मैनेजमेंट दे विच, इन्हां कोले कोई कंट्रोल नहीं हुंदा कि ये मैनेजरल एक्टिविटीज दे विच देख रेख कर सकन। इन्हां दा लैस बर्डन हुंदा कंपनी दे, फिक्स रेट ऑफ डिविडेंड देना हुंदा, लेकिन जे प्रॉफिट घट है या लॉस है फिर उस केस दे विच आपां नूं देण दी लोड़ नहीं हुंदी। कुछ भी चीज गिरवी रखण दी लोड़ नहीं हुंदी कि परमानेंट कैपिटल है कि इन्हां नूं आपां एंड ते पैसा मोड़ना हुंदा। लेकिन कुछ प्रेफरेंस शेयर एहो जिहे हुंदे जिन्हां नूं तुसीं विद इन दी टाइम पीरियड ऑफ द बिजनेस भी पैसा मोड़ सकदे हुंदे। तां करके कैपिटल स्ट्रक्चर की हुंदा अपना फ्लैक्सीबल कि जे मैनूं घट पैसों की लोड़ है कैपिटल घटाउणी हैगी तो मैं पैसे मोड़ के कैपिटल घटा सकदी हैगी। ते इहदे नाल इक्विटी शेयर होल्डर्स नूं भी बेनीफिट हो जाता है। की बेनीफिट हो जाता है कि जे मान लो सारा इक्विटी शेयर होल्डर्स का ही पैसा लग गया होगा तो उहदे नाल आपां नूं प्रॉफिट दे विचों घट हिस्सा मिलदा आपां नूं, मतलब कि इक्विटी शेयर होल्डर्स नूं। लेकिन जे कुछ अद्धा पैसा प्रेफरेंस शेयर होल्डर्स है ते अद्धा पैसा इक्विटी शेयर होल्डर्स है तो उहदे नाल की होगा प्रॉफिट दे विचों एक फिक्स अमाउंट इन्हां नूं दित्ती जाऊगी, बाकी जिन्ना रिमेनिंग प्रॉफिट रह गया वो इक्विटी शेयर होल्डर्स नूं दे दित्ता जाऊगा। तो इहदे नाल की होगा जिहड़े रिमेनिंग इक्विटी शेयर है उन्हां नूं वध प्रॉफिट डिस्ट्रीब्यूट होगा। जे सारा ही पैसा इक्विटी शेयर होल्डर्स तो लग गया होगा तो मेरे शेयर होल्डर्स की गिनती वध होगी, तो उत्थे जो पर शेयर हर एक बंदे का प्रॉफिट का हिस्सा कड्डांगे तो वो घट आऊगा। क्लियर हो गया एडवांटेजेस की होंगे कि प्रेफरेंस शेयर होल्डर्स दे। फिर आ जाओ लिमिटेशंस की ने गया प्रेफरेंस शेयर होल्डर्स दियां। इन्वेस्टर्स नूं पार्टिसिपेशन नहीं मिलती एक्सट्रा प्रॉफिट दे विच।
ਇੱਥੇ ਦੇਖੋ ਡਿਸਐਡਵਾਂਟੇਜ ਦੇ ਵਿੱਚ ਇਹ ਪੁਆਇੰਟ ਕਿਉਂ ਦਿੱਤਾ ਹੈਗਾ, ਕਿਉਂਕਿ ਟਾਈਪਸ ਆਫ ਪ੍ਰੈਫਰੈਂਸ ਸ਼ੇਅਰ ਹੋਲਡਰਸ ਹੁੰਦੇ ਹੈਗੇ। ਹਰ ਇੱਕ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਪਾਰਟਿਸਿਪੇਸ਼ਨ ਨਹੀਂ ਮਿਲਦੀ ਐਕਸਟਰਾ ਪ੍ਰੋਫਿਟ ਦੇ ਵਿੱਚੋਂ, ਕੁਝ ਹੀ ਹੁੰਦੇ ਹੈਗੇ। ਤਾਂ ਜਿਨ੍ਹਾਂ ਨੂੰ ਮਿਲਦੀ ਹੈਗੀ ਉਹਦੀ ਐਡਵਾਂਟੇਜ ਆ ਗਈ, ਲੇਕਿਨ ਜਿਨ੍ਹਾਂ ਨੂੰ ਪਾਰਟਿਸਿਪੇਸ਼ਨ ਨਹੀਂ ਮਿਲਦੀ ਉਹ ਡਿਸਐਡਵਾਂਟੇਜ ਦੇ ਵਿੱਚ ਆ ਗਏ। नो पार्टिसिपेशन इन सरप्लस एट द टाइम ऑफ वाइंडिंग अप, जो कंपनी बंद हो रही है सारे पैसे मोड़न तो बाद जिन्ना भी पैसा बचता सारा इक्विटी नूं मिलूगा। जे इक्विटी का पैसा मोड़न तो बाद भी कुछ सरप्लस बच जाएगा, उहदे विचों इन्हां नूं कुछ भी नहीं दिता जाऊगा। नो पार्टिसिपेशन इन मैनेजरियल एक्टिविटीज दे विच इन्हां दी कोई पार्टिसिपेशन नहीं हुंदी। जे कंपनी इन्हां नूं डिविडेंड नहीं पे कर पा रही तो यह कंपनी के अगेंस्ट कोई भी लीगल एक्शन नहीं लै सकते। बर्डन घट होंदा है लेकिन फिक्स अमाउंट का बर्डन होंदा है, एक कंपनी के पॉइंट ऑफ व्यू तो डिसएडवांटेज है। टैक्स एडवांटेज जिवें इक्विटी दे विच नहीं हुंदी, इहदे विच भी नहीं हुंदी। डिससैटिस्फैक्शन ऑफ इक्विटी शेयर होल्डर्स, देखो हुण प्रेफरेंस शेयर होल्डर्स नूं हर एक थां ते प्रेफरेंस दित्ती जा रही है, तो इहदे नाल कई वारी इक्विटी शेयर होल्डर्स दे विच डिससैटिस्फैक्शन आ जांदी है। तो ये सीगियां लिमिटेशंस ऑफ प्रेफरेंस शेयर्स। हुण नैक्सट है टाइप्स ऑफ प्रेफरेंस शेयर होल्डर्स। की टाइप के प्रेफरेंस शेयर्स हुंदे हैगे, कन्वर्टिबल ते नॉन कन्वर्टिबल। एक समझ लो, दूजा ओहदा उल्टा हैगा, तां दूजा तुहानूं याद करन दी लोड़ नहीं हैगी, बस एक समझ लो। कन्वर्टिबल प्रेफरेंस शेयर किहड़े हुंदे हैगे, ओह प्रेफरेंस शेयर जिन्हां नूं तुसीं एक फिक्स्ड टाइम पीरियड बाद इक्विटी शेयर्स दे विच कन्वर्ट कर सकदे हो, ओह हुंदे हैगे कन्वर्टिबल प्रेफरेंस शेयर होल्डर्स। इफ द प्रेफरेंस शेयर होल्डर्स आर एंटाइटल्ड टू गेट देयर शेयर्स कन्वर्टेड इनटू इक्विटी शेयर्स after the lapse of a fixed period, then such shares are called convertible preference shares. Non convertible केड़े होंगे, जेड़े are not entitled to get their shares converted into equity shares, जिन्हां नूं तुसीं convert नहीं कर सकते non convertible है, जिन्हां नूं कर सकते हो convertible है। cumulative preference shares ते फिर इधर आ जाऊगा non cumulative। cumulative केड़े होंदे हैगे, ਉਹ ਪ੍ਰੈਫਰੈਂਸ ਸ਼ੇਅਰ ਹੋਲਡਰਸ ਫॉर एग्जांपल कि किसी साल कंपनी ਨੂੰ प्रॉफिट घट होया या कंपनी ਨੂੰ लॉस होया, तो उस साल आप ਪ੍ਰੈਫਰੈਂਸ शेयर होल्डर्स ਨੂੰ डिविडेंड पे नहीं कर पा रहे, मान लो अगले साल भी इदा ही होया, तो उस साल भी आप ਪ੍ਰੈਫਰੈਂਸ शेयर होल्डर्स ਨੂੰ डिविडेंड नहीं पे कर पावांगे। तीसरे साल जाके कंपनी ਨੂੰ सफिशिएंट प्रॉफिट अर्न होया, तो जो तीसरे साल का प्रॉफिट आऊगा ਉਹਦੇ ਵਿੱਚੋਂ ਲਾਇਬਿਲਿਟੀਜ਼ ਨੂੰ पे ऑफ करन तो बाद जिन्नी भी अमाउंट बच गई ਉਹਦੇ ਵਿੱਚੋਂ पहला आह जिहड़ा 2 सालां दा बकाया डिविडेंड खड़ा ना आपां ओ पे करांगे, उस तो बाद आ करंट ईयर दा डिविडेंड इन्हां नूं पे किया जाऊगा। ते जेड़े शेयर होल्डर्स नूं पुराना बकाया डिविडेंड भी पे किया जा रहा है करंट ईयर दे प्रॉफिट दे विचों, ओ हुंदे हैगे कम्युलेटिव प्रेफरेंस शेयर्स। रेट ऑफ डिविडेंड ऑन प्रेफरेंस शेयर्स इज फिक्स्ड इफ ए कंपनी अर्न्स नो प्रॉफिट इन एनी ईयर, then the dividend due for that year is paid along with the dividend of the next year. In this way dividend of all those year goes on accumulated। तो इधर जिन्ने भी साल प्रॉफिट नहीं आऊगा तो उन्ने सालों का प्रॉफिट accumulated यानी इकट्ठा हुंदा रहूगा। when no dividend is paid due to inadequate profit in future when the company earns profit, जो भी कंपनी प्रॉफिट अर्न करूगी, first of all preference shareholders are paid their dividend in arrears मतलब कि बकाया ओह पे किया जाऊगा। Thereafter they are paid dividend for the current year पे किया जाऊगा। It is only after the payment of full dividend of all the previous years to the cumulative preference shareholders that the payment of dividend is made out of the residual profit to the equity share होल्डर्स। ते पुराना बकाया प्लस इस साल का डिविडेंड पे करन तो बाद पिछे जिन्ना प्रॉफिट बच जाऊगा ਉਹਦੇ ਵਿੱਚੋਂ इक्विटी शेयर होल्डर्स ਨੂੰ डिविडेंड दिता जाऊगा। लेकिन जेड़े शेयर होल्डर्स ਨੂੰ बकाया डिविडेंड भी मिलता है करंट ईयर ਦੇ ਵਿੱਚੋਂ ਉਹ ਹੁੰਦੇ ਹੈਗੇ ਕਮੂਲੇਟਿਵ ਪ੍ਰੈਫਰੈਂਸ शेयर होल्डर्स। ते जिन्हां ਨੂੰ बकाया नहीं दिता जा रहा, जे पिछले साल लॉस सीगा डिविडेंड नहीं पे किया तो अगले साल भी पे नहीं किया जाऊगा। इस साल के प्रॉफिट दे विचों सिर्फ इस साल का डिविडेंड दिता जाऊगा, वो हुंदे हैगे नॉन कम्युलेटिव प्रेफरेंस शेयर होल्डर्स। Holders of this type preference share are not entitled to dividend in years. In other words, their yearly dividend is not cumulated इकट्ठा नहीं होगा। The shareholders will get dividend only for the current year when the company earned profit. Arrears are not payable, बकाया पे नहीं किया जाऊगा। Participating preference shares, देखो participating preference shares केड़े होंगे,
ਜਿਵੇਂ ਆਪਾਂ ਗੱਲ ਕੀਤੀ ਸੀਗੀ ਨਾ ਕਿ ਕਈ ਸ਼ੇਅਰ ਹੋਲਡਰਸ ਇਹੋ ਜਿਹੇ ਹੁੰਦੇ ਹੈਗੇ ਕਿ ਜੇ ਇਕੁਇਟੀ ਸ਼ੇਅਰ ਹੋਲਡਰਸ ਨੂੰ ਉਹਨਾਂ ਦਾ ਡਿਵੀਡੈਂਡ ਦਾ ਹਿੱਸਾ ਦੇਣ ਤੋਂ ਬਾਅਦ ਐਕਸਟਰਾ ਸਰਪਲਸ ਪ੍ਰੋਫਿਟ ਬਚ ਜਾਂਦਾ ਹੈਗਾ ਤੇ ਉਹਨਾਂ ਨੂੰ ਪ੍ਰੈਫਰੈਂਸ ਸ਼ੇਅਰ ਹੋਲਡਰਸ ਨਾਲ ਵੀ ਸ਼ੇਅਰ ਕੀਤਾ ਜਾਂਦਾ ਹੈ, ਉਹ ਹੁੰਦੇ ਹੈਗੇ ਪਾਰਟਿਸਿਪੇਟਿੰਗ ਸ਼ੇਅਰ ਹੋਲਡਰਸ। ਆਫਟਰ ਮੇਕਿੰਗ ਪੇਮੈਂਟ ਆਫ dividend to the equity shareholders at a given rate, those preference shares which are entitled to get additional dividend having already received once dividend at fixed rate, ਤੇ fixed rate ਉਹਨਾਂ ਨੂੰ ਮਿਲ ਚੁੱਕਿਆ ਹੈਗਾ, out of the residual profit are known as participating shareholders। non participating ਜਿਨ੍ਹਾਂ ਨੂੰ ਜੇ ਫਿਕਸ ਦੇਤਾ ਓਕੇ ਹੈਗਾ, ਉਸ ਤੋਂ ਬਾਅਦ ਜਿੰਨਾ ਵੀ ਸਰਪਲਸ ਬਚਦਾ ਉਹਦੇ ਵਿੱਚੋਂ ਕੋਈ ਵੀ ਹਿੱਸਾ ਨਹੀਂ ਦਿੱਤਾ ਜਾ ਰਿਹਾ, ਉਹ ਹੁੰਦੇ ਹੈਗੇ non participating। redeemable preference shares, ਰਿਡੀਮੇਬਲ ਦਾ ਮਤਲਬ ਤੁਸੀਂ ਇਦਾਂ ਸਮਝ ਲਿਓ ਪੇ ਬੈਕ ਕਰਨਾ। ਹੁਣ ਜਿਹੜੇ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਇੱਕ ਫਿਕਸ ਟਾਈਮ ਪੀਰੀਅਡ ਜਿੰਨਾ ਵੀ ਤੁਸੀਂ ਫਿਕਸ ਕੀਤਾ 4 ਸਾਲ 5 ਸਾਲ 6 ਸਾਲ 10 ਸਾਲ ਜਿੰਨਾ ਵੀ ਫਿਕਸ ਕੀਤਾ ਉਹਨੇ ਟਾਈਮ ਪੀਰੀਅਡ ਬਾਅਦ ਜੇ ਤੁਸੀਂ ਪੈਸੇ ਮੋੜ ਕੇ ਆਪਦੇ ਸ਼ੇਅਰਸ ਵਾਪਸ ਲੈ ਲੈਂਦੇ ਹੋ, ਉਹ ਹੁੰਦੇ ਹੈਗੇ ਰਿਡੀਮੇਬਲ ਪ੍ਰੈਫਰੈਂਸ ਸ਼ੇਅਰ ਹੋਲਡਰਸ। ਤੇ ਇਰਰੀਡੀਮੇਬਲ ਪ੍ਰੈਫਰੈਂਸ ਸ਼ੇਅਰ ਹੋਲਡਰਸ ਕਿਹੜੇ ਹੋਣਗੇ? ਜਿਨ੍ਹਾਂ ਨੂੰ ਫਿਕਸ ਟਾਈਮ ਪੀਰੀਅਡ ਦੇ ਵਿੱਚ ਆਪਾਂ ਪੈਸੇ ਨਹੀਂ ਵਾਪਸ ਕਰਦੇ ਬਲਕਿ ਉਹਨਾਂ ਨੂੰ ਪੈਸਾ ਉਦੋਂ ਹੀ ਵਾਪਸ ਕੀਤਾ ਜਾਊਗਾ ਜਦੋਂ ਕੰਪਨੀ ਬੰਦ ਹੋਊਗੀ। ਦੋਸ ਪ੍ਰੈਫਰੈਂਸ ਸ਼ੇਅਰਸ which are not redeemed by the company during its lifetime are called non redeemable preference shares, ਤੇ ਉਹਨਾਂ ਨੂੰ ਆਪਾਂ ਕਹਿੰਦੇ ਆ non redeemable preference shares ਜਿਨ੍ਹਾਂ ਨੂੰ ਲਾਈਫ ਟਾਈਮ ਆਫ ਦੀ ਕੰਪਨੀ ਦੇ ਵਿੱਚ ਆਪਾਂ ਪੈਸੇ ਨਹੀਂ ਮੋੜੇ। ਕਲੀਅਰ ਹੋ ਗਈ ਗੱਲ? ਹੁਣ ਇਹ ਸੀਗੀਆਂ ਟਾਈਪਸ ਆਫ ਦੀ ਪ੍ਰੈਫਰੈਂਸ ਸ਼ੇਅਰਸ। ਤਾਂ ਦੇਖੋ ਕਨਵਰਟੀਬਲ ਨਾਨ ਕਨਵਰਟੀਬਲ ਇੱਕ, ਕਮੂਲੇਟਿਵ ਤੇ ਨਾਨ ਕਮੂਲੇਟਿਵ ਦੋ, ਪਾਰਟਿਸਿਪੇਟਿੰਗ ਤੇ ਨਾਨ ਪਾਰਟਿਸਿਪੇਟਿੰਗ ਤਿੰਨ, ਰਿਡੀਮੇਬਲ ਤੇ ਨਾਨ ਰਿਡੀਮੇਬਲ ਚਾਰ। ਜੇ ਅਲੱਗ-ਅਲੱਗ ਕਰਕੇ ਪੜੋਗੇ ਤਾਂ 8 ਹੈਗੀਆਂ, ਜੇ ਇਕੱਠੀਆਂ ਕਰਕੇ ਪੜੋਗੇ ਤਾਂ ਸਿਰਫ 4 ਟਾਈਪਸ ਹੈਗੀਆਂ। ਤਾਂ ਇੱਕ ਇੱਕ ਪੜ ਲਓ, ਦੂਜਾ ਕੀ ਹੈਗਾ ਉਹਦਾ ਉਲਟਾ। ਹੁਣ ਪ੍ਰੈਫਰੈਂਸ ਸ਼ੇਅਰ ਇਕੁਇਟੀ ਸ਼ੇਅਰਸ ਵੈਸੇ ਆਪਾਂ ਸਮਝ ਲਿਆ ਸਾਰਾ, ਡਿਫਰੈਂਸ ਵੀ ਤੁਹਾਨੂੰ ਕਾਫੀ ਸਮਝ ਆ ਗਿਆ, ਪਰ ਇੱਕ ਵਾਰੀ ਦੇਖ ਲੈਂਦੇ ਆ ਬੁੱਕ ਦੇ ਵਿੱਚ ਕੀ ਲਿਖਿਆ ਹੋਇਆ ਹੈ। ਡਿਵੀਡੈਂਡ ਇਜ਼ ਪੇਡ ਟੂ ਦੀ ਇਕੁਇਟੀ ਸ਼ੇਅਰ ਹੋਲਡਰਸ ਆਫਟਰ ਪੇਇੰਗ ਡਿਵੀਡੈਂਡ ਟੂ ਦੀ ਆਲ ਸ਼ੇਅਰਸ। ਇਹ ਆਪਾਂ ਨੂੰ ਪਤਾ ਹੈ, ਇਹਨਾਂ ਨੂੰ ਵਿਚਾਰਿਆਂ ਨੂੰ ਐਂਡ ਤੇ ਡਿਵੀਡੈਂਡ ਮਿਲਦਾ ਹੈ। ਫਿਕਸਡ ਰੇਟ ਆਫ ਡਿਵੀਡੈਂਡ ਇਜ਼ ਪੇਡ ਟੂ ਪ੍ਰੈਫਰੈਂਸ ਸ਼ੇਅਰ ਹੋਲਡਰਸ ਬਿਫੋਰ ਇਕੁਇਟੀ ਸ਼ੇਅਰ ਹੋਲਡਰਸ। ਇਹਨਾਂ ਨੂੰ ਡਿਵੀਡੈਂਡ ਮਿਲ ਜਾਂਦਾ ਹੈਗਾ ਇਕੁਇਟੀ ਸ਼ੇਅਰ ਹੋਲਡਰਸ ਨਾਲੋਂ ਪਹਿਲਾਂ। ਨੈਕਸਟ ਇਜ਼ ਇਕੁਇਟੀ ਸ਼ੇਅਰ ਹੋਲਡਰਸ ਗੈਟ ਆਲ ਦੀ ਵੋਟਿੰਗ ਰਾਈਟਸ ਇਨ ਦ ਕੰਪਨੀ। ਇਹਨਾਂ ਕੋਲ ਸਾਰੇ ਵੋਟਿੰਗ ਰਾਈਟਸ ਹੁੰਦੇ ਹੈਗੇ। ਨੋ ਵੋਟਿੰਗ ਰਾਈਟਸ ਅੰਡਰ ਨਾਰਮਲ ਕੰਡੀਸ਼ਨ। ਨਾਰਮਲ ਕੰਡੀਸ਼ਨ ਚ ਕੋਈ ਨਹੀਂ ਹੁੰਦਾ। ਜੇ ਕੰਪਨੀ 2 ਜਾਂ 2 ਤੋਂ ਵੱਧ ਸਾਲਾਂ ਲਈ ਇਹਨਾਂ ਨੂੰ ਪੇ ਨਹੀਂ ਕਰ ਪਾ ਰਹੀ ਡਿਵੀਡੈਂਡ, ਫੇਰ ਹੀ ਇਹਨਾਂ ਨੂੰ ਵੋਟਿੰਗ ਰਾਈਟ ਮਿਲੂਗਾ। ਫੇਸ ਵੈਲਿਊ ਜਿਹੜੀ ਪ੍ਰਾਈਸ ਹੁੰਦੀ ਹੈਗੀ ਸ਼ੇਅਰ ਦੀ, ਉਹਨੂੰ ਫੇਸ ਵੈਲਿਊ ਕਿਹਾ ਜਾਂਦਾ ਹੈਗਾ। ਇਕੁਇਟੀ ਸ਼ੇਅਰ ਦੀ ਫੇਸ ਵੈਲਿਊ ਜਨਰਲੀ ਘੱਟ ਹੁੰਦੀ ਹੈਗੀ ਤੇ ਇਹਨਾਂ ਦੀ ਫੇਸ ਵੈਲਿਊ ਜਨਰਲੀ ਹਾਈ ਹੁੰਦੀ ਹੈਗੀ। ਕਿਉਂ ਹਾਈ ਹੁੰਦੀ ਹੈਗੀ? ਇਹਨਾਂ ਦੇ ਵਿੱਚ ਰਿਸਕ ਘੱਟ ਹੁੰਦਾ, ਫਿਕਸ ਰੇਟ ਡਿਵੀਡੈਂਡ ਮਿਲਦਾ ਤਾਂ ਲੋਕੀ ਖਰੀਦ ਲੈਂਦੇ ਹੈਗੇ। ਇਹ ਹੁਣ ਦੇਖੋ ਪਹਿਲਾਂ ਹੀ ਰਿਸਕੀ ਚੀਜ਼ ਹੈਗੀ, ਫਿਰ ਇੱਥੇ ਜੇ ਆਪਾਂ ਰੇਟ ਵੀ ਵੱਧ ਕਰ ਦਾਂਗੇ ਲੋਕੀ ਖਰੀਦਣਗੇ ਕਿਵੇਂ? ਤਾਂ ਇਹਨਾਂ ਦਾ ਜਨਰਲੀ ਪ੍ਰਾਈਸ ਲੋ ਹੁੰਦਾ। ਨੈਕਸਟ ਪੁਆਇੰਟਸ, ਦੇ ਆਰ ਪ੍ਰਾਇਮਰੀ ਰਿਸਕ ਬੀਅਰਸ। ਇਹ ਪ੍ਰਾਇਮਰੀ ਰਿਸਕ ਬੀਅਰ ਕਰਦੇ ਹੈਗੇ। ਇਹ ਰਿਸਕ ਇਹਨਾਂ ਕੋਲੇ ਰਿਸਕ ਕੀ ਹੁੰਦਾ ਹੈਗਾ? ਘੱਟ ਹੁੰਦਾ ਹੈਗਾ ਕਿ ਪਹਿਲਾਂ ਇਹਨਾਂ ਨੂੰ ਤਾਂ ਫਿਰ ਵੀ ਮਾੜਾ ਮੋਟਾ ਕੁਝ ਮਿਲ ਜਾਂਦਾ, ਇਹਨਾਂ ਵਿਚਾਰਿਆਂ ਨੂੰ ਕਈ ਵਾਰੀ ਕੁਝ ਵੀ ਨਹੀਂ ਮਿਲਦਾ। The equity shares attract bold and adventurous investors। ਹੁਣ ਦੇਖੋ ਸਭ ਤੋਂ ਵੱਧ ਰਿਸਕੀ ਹੁੰਦੇ ਆ ਤੇ ਇਹਦੇ ਵਿੱਚ ਇਨਵੈਸਟ ਕਰਨ ਵਾਲੇ ਪੈਸੇ ਬੰਦੇ ਜਿਹੜੇ ਹੁੰਦੇ ਆ, ਇਨਵੈਸਟਰਸ ਜਿਹੜੇ ਹੁੰਦੇ ਆ, ਉਹ ਬੋਲਡ ਤੇ ਐਡਵੈਂਚਰਸ ਨੇਚਰ ਦੇ ਹੁੰਦੇ ਆ। ਮਤਲਬ ਕਿ ਜਿਹੜੇ ਬੰਦੇ ਰਿਸਕ ਲੈਣਾ ਪਸੰਦ ਕਰਦੇ ਆ ਉਹੀ ਸਿਰਫ ਇਕੁਇਟੀ ਦੇ ਵਿੱਚ ਪੈਸਾ ਲਾਉਂਦੇ ਆ। ਜਿਹੜੇ ਥੋੜਾ ਦੇਖਦਾ ਕੇ ਚੱਲਦੇ ਆ ਕਿ ਬਾਲਾ ਲਾਸ ਨਾ ਹੋ ਜਾਏ, ਕੁਛ ਨਾ ਕੁਛ ਮਿਲਦਾ ਰਵੇ, ਉਹ ਆਉਂਦੇ ਹੈਗੇ ਪ੍ਰੈਫਰੈਂਸ ਸ਼ੇਅਰ ਹੋਲਡਰਸ ਦੇ ਵਿੱਚ। ਪ੍ਰੈਫਰੈਂਸ ਸ਼ੇਅਰਸ ਅਟਰੈਕਟ ਕੌਸ਼ੀਅਸ ਐਂਡ ਕੰਜ਼ਰਵੇਟਿਵ ਇਨਵੈਸਟਰਸ। The equity shares are never redeemed or paid back during the lifetime of the company। ਇਹਨਾਂ ਨੂੰ lifetime of the company ਦੇ ਵਿੱਚ ਕਦੇ ਵੀ ਪੈਸੇ ਨਹੀਂ ਮੋੜੇ ਜਾਂਦੇ। ਇਹਨਾਂ ਨੂੰ ਤੁਸੀਂ ਮੋੜ ਸਕਦੇ ਹੋ within the fixed time period ਤੇ ਉਹ ਕਿਹੜੇ ਹੁੰਦੇ ਹੈਗੇ? redeemable preference shares ਜਿਨ੍ਹਾਂ ਨੂੰ ਤੁਸੀਂ ਇੱਕ fixed time period ਬਾਅਦ ਪੈਸੇ ਮੋੜ ਦੇਣੇ ਹੋਣਗੇ। ਤਾਂ ਇਹ ਸੀਗਾ ਇਹਨਾਂ ਦੇ ਵਿੱਚ ਡਿਫਰੈਂਸ। ਹੁਣ ਤੁਹਾਨੂੰ ਇਕੁਇਟੀ ਸ਼ੇਅਰਸ ਵੀ ਸਮਝ ਆ ਗਿਆ, ਪ੍ਰੈਫਰੈਂਸ ਸ਼ੇਅਰਸ ਵੀ ਸਮਝ ਆ ਗਿਆ। ਓਨਰਸ ਫੰਡ ਦੇ ਵਿੱਚ 3 ਚੀਜ਼ਾਂ ਆਉਂਦੀਆਂ ਹੈਗੀਆਂ, ਇਕੁਇਟੀ, ਪ੍ਰੈਫਰੈਂਸ ਤੇ ਤੀਜੀ ਆਉਂਦੀ ਹੈਗੀ ਰਿਟੇਨਡ ਅਰਨਿੰਗ। ਅੱਜ ਦਾ ਲੈਕਚਰ ਕਾਫੀ ਲੰਬਾ ਚਲਾ ਗਿਆ ਤਾਂ ਰਿਟੇਨਡ ਅਰਨਿੰਗ ਆਪਾਂ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰ ਲਾਂਗੇ, ਨਾਲ ਇਹਦੇ ਕੋਈ ਬੋਰਡ ਫੰਡ ਵਾਲਾ ਸੋਰਸ ਡਿਸਕਸ ਕਰ ਲਾਂਗੇ, ਠੀਕ ਹੈ। ਹੁਣ ਇਕੁਇਟੀ ਪ੍ਰੈਫਰੈਂਸ ਨੂੰ ਚੰਗੀ ਤਰ੍ਹਾਂ ਆਪਦੀ ਬੁੱਕ ਦੇ ਵਿੱਚੋਂ ਪੜ੍ਹ ਲਿਓ। ਇਹ ਜੋ ਟੌਪਿਕਸ ਇੱਥੇ ਲਿਖੇ ਹੋਏ ਸੀ ਉਹ 1-2 ਬੁੱਕਸ ਦੇ ਵਿੱਚ ਮਿਕਸਚਰ ਹੈਗੇ, ਕਿਉਂਕਿ ਪੂਨਮ ਗਾਂਧੀ ਦੇ ਵਿੱਚ ਆਈ ਥਿੰਕ ਇਕੱਲੇ ਫੀਚਰਸ ਦਿੱਤੇ ਹੋਏ ਹੈਗੇ ਤੇ ਆਰ ਕੇ ਸਿੰਗਲਾ ਦੇ ਵਿੱਚ ਐਡਵਾਂਟੇਜ ਡਿਸਐਡਵਾਂਟੇਜ ਦਿੱਤੇ ਹੋਏ ਹੈਗੇ। ਤਾਂ ਜੋ ਟੌਪਿਕ ਤੁਹਾਡੀ ਬੁੱਕ 'ਚ ਹੈ ਨਹੀਂਗਾ ਉਹ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ, ਜੋ ਹੈਗਾ ਉਹ ਆਪਦੀ ਬੁੱਕ ਦੇ ਵਿੱਚੋਂ ਪੜ੍ਹ ਲਿਓ, ਠੀਕ ਹੈ। ਓਕੇ ਦੈਨ ਹੁਣ ਇਹਨੂੰ ਪੜ੍ਹ ਲਿਓ ਬੁੱਕ ਦੇ ਵਿੱਚੋਂ ਚੰਗੀ ਤਰ੍ਹਾਂ ਤਾਂ ਕਿ ਤੁਹਾਨੂੰ ਚੀਜ਼ਾਂ ਕਲੀਅਰ ਹੋ ਜਾਣ। ਲਿਖਣਾ ਆ ਜਾਏ, ਲਿਖਣਾ ਕਿਵੇਂ ਹੈਗਾ, ਕੋਈ ਵੀ ਡਾਊਟ ਰਿਹਾ, ਕੋਈ ਵੀ ਕੁਐਰੀ ਰਹੀ, ਕਮੈਂਟ ਡਾਊਨ ਕਰ ਦਿਓ, ਉਹ ਆਪਾਂ ਡਿਸਕਸ ਕਰ ਲਾਂਗੇ। ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ। ਮਿਲਾਂਗੇ ਨੈਕਸਟ ਲੈਕਚਰ ਦੇ ਵਿੱਚ।